सत श्री अकाल जी। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कौर घुम्मन हाज़र हाँ लैके तुहाडा अपना प्रोग्राम जिहदे विच असीं गलबात करांगे कैनेडियन इमीग्रेशन संबंधी। सो इमीग्रेशन संबंधी कोई भी तुहाडा सवाल है सानू लाइव प्रोग्राम विच कॉल कर सकते हो। तुहाडे सवालों के भी जवाब देवांगे। नाल दी नाल अज कुछ मुद्दों उत्ते भी गलबात करांगे। कैनेडियन इमीग्रेशन की जदों गल आउंदी है तां कई अजिहे मुद्दे ने जिन्हां उत्ते अज असीं डिस्कस करांगे। जो इस वक्त साडे इमीग्रेशन मिनिस्टर के ताज़ा बयान आए ने उहदे बारे असीं जानकारी लवांगे। एक्सप्रैस एंट्री का जिहड़ा नवां ड्रॉ निकलिया आ, सो पॉइंट्स एक बार वधे ने। क्या जा रहा सी जिहड़े इन डिमांड जॉब्स ने उसनूं ध्यान विच रखते हुए इस बार ड्रॉ निकलेगा, इहदे बारे असीं गलबात करांगे। ते नाल दी नाल जिहड़े इस वक्त असीं कह रहे हैं कि रिफ्यूजल आ चुकियां ने काफ़ी केसेस दे विच, जेकर तुसीं भी इस वक्त किसी रिफ्यूजल का सामना कर रहे हो, साडा अज दा प्रोग्राम देखियो भी जरूर, या किसी प्रकार की रिफ्यूजल आई है तुसीं डिस्कस करना चाहुंदे हो, लाइव प्रोग्राम च तुसीं कॉल कर सकते हो। सो इमीग्रेशन संबंधी कोई भी सवाल है लाइव प्रोग्राम च कॉल कर सकते हो। तुहाडे सवालों के जवाब देने लई ते कैनेडियन इमीग्रेशन संबंधी गलबात करन लई साडे नाल जुड़ चुके हैं जी आईसीसी इमीग्रेशन तो मिस्टर मनु दत्ता जी। स्वागत है सर। तरन जी थैंक यू वेरी मच। सब तो पहला तो ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਐਂਡ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। तरन जी ਕੀ ਹਾਲ ਚਾਲ ਸਰ? ऑल गुड तरन, थैंक यू। ਇਮੀਗ੍ਰੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਐਕਸਪ੍ਰੈਸ ਐਂਟਰੀ ਦਾ ਲੇਟੈਸਟ ਡਰਾ ਨਿਕਲਿਆ, ਆਪਾਂ ਉਹਦੀ ਗੱਲ ਕਰ ਲਈਏ। ਆਪਾਂ ਕਹਿ ਰਹੇ ਸੀ ਲਾਸਟ ਟਾਈਮ ਵੀ ਕਿ ਇਸ ਵਾਰੀ ਜਿਹੜੇ ਹੁਣ ਐਕਸਪ੍ਰੈਸ ਐਂਟਰੀ ਦੇ ਸਕੋਰਸ ਹੋਣਗੇ ਉਹ ਦੇਖੇ ਜਾਣਗੇ ਸ਼ਾਇਦ, ਕਿਉਂਕਿ ਇਨ ਡਿਮਾਂਡ ਜੌਬਸ ਨੂੰ ਤਰਜੀਹ ਦਿੱਤੀ ਜਾਏਗੀ। ਸੋ ਇਸ ਵਾਰ ਪਰ ਘਟਣ ਦੀ ਬਜਾਏ ਜਿਹੜੇ ਆ ਸਕੋਰਸ ਪਹਿਲੇ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਨਵੇਂ ਵਧੇ ਹੀ ਨੇ। ਉਹਦਾ ਰੀਜ਼ਨ ਹੈ ਤਰਨ ਜੀ ਕਿ 5500 ਇਨਵੀਟੇਸ਼ਨਸ ਦਿੱਤੇ ਜਾਣੇ ਸੀਗੇ ਤੇ 600 ਪੁਆਇੰਟ ਤੋਂ ਉੱਪਰ ਤਕਰੀਬਨ 9500 ਐਪਲੀਕੈਂਟਸ ਸੀਗਾ। ਸੋ ਉਹ ਉੱਪਰ ਜਾਣ ਦੀ ਉਮੀਦ ਹੀ ਸੀਗੀ। ਦੈਟ ਵਾਸ ਦਾ ਰੀਜ਼ਨ ਕਿ 507 ਤੇ ਡਰਾਜ਼ ਆਊਟ ਹੋਏ ਨੇ, 500 ਤੋਂ ਉੱਪਰ ਸਕੋਰ ਸੀਗਾ। ਸੋ ਦੈਟ ਇਜ਼ ਦਾ ਰੀਜ਼ਨ। ਹੁਣ ਵੀ ਆਰ ਐਕਸਪੈਕਟਿੰਗ ਕਿ ਆ ਡਰਾ ਛੱਡ ਕੇ ਉਸ ਤੋਂ ਅਗਲਾ ਡਰਾ ਜਿਹੜਾ ਹੋਏਗਾ ਉਹ 500 ਤੋਂ ਥੱਲੇ ਆਉਣ ਦੀ ਉਮੀਦ ਹੈਗੀ ਜੀ। ਬਿਲਕੁਲ। ਤੇ ਸਰ ਇਸ ਵਾਰੀ ਜਿਹੜੇ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲੇਗਾ ਕੀ ਇਹ ਆਕੂਪੇਸ਼ਨ ਬੇਸਡ ਹੋਏਗਾ, ਕਿਸ ਦੇ ਉੱਤੇ ਆਪਾਂ ਸੋਚ ਸਕਦੇ ਹਾਂ? ਤਰਨ ਜੀ ਇਹ ਡਰਾ ਇੱਕ ਹੋਰ ਜਿਹੜਾ 99% ਹੋਏਗਾ ਇਹ ਨॉन ਆਕੂਪੇਸ਼ਨ ਸਪੈਸੀਫਿਕ ਨਹੀਂ ਹੋਏਗਾ। ਫੈਬਰੂਰੀ ਔਨਵਰਡ ਜਿਹੜੇ ਵੀ ਡਰਾ ਹੋਣ ਵਾਲੇ ਹੈਗੇ ਨੇ ਉਹਨਾਂ ਵਿੱਚ ਆਕੂਪੇਸ਼ਨ ਸਪੈਸੀਫਿਕ ਡਰਾ ਸ਼ੁਰੂ ਹੋ ਜਾਣਗੇ। ਐਂਡ ਬਹੁਤ ਸਾਰੇ ਆਕੂਪੇਸ਼ਨਸ ਹੈਗੇ ਨੇ ਤਰਨ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਸ ਤਰ੍ਹਾਂ ਹੈਲਥ ਸਰਵਿਸਿਜ਼ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੀਆਂ ਸ਼ਾਰਟੇਜਿਸ ਹੈਗੀਆਂ। ਸੋ ਜਿੰਨੇ ਵੀ ਡਾਕਟਰਸ, ਫਿਜ਼ੀਸ਼ੀਅਨਸ, ਡਰਮੇਟੋਲੋਜਿਸਟ, ਲਾਈਕ ਕਿਸੇ ਵੀ ਤੁਸੀਂ ਮੈਡੀਸਨ ਟ੍ਰੇਡ ਦੇ ਵਿੱਚੋਂ ਹੈਗੇ ਹੋ, ਹੈਲਥ ਕੇਅਰ ਟ੍ਰੇਡ ਦੇ ਵਿੱਚ ਹੈਗੇ ਹੋ, ਨਰਸਿੰਗ ਬੈਕਗਰਾਊਂਡ ਤੋਂ ਹੈਗੇ ਹੋ, ਤੁਸੀਂ ਡੈਂਟਿਸਟ ਹੈਗੇ ਹੋ, ਸੋਨੋਗ੍ਰਾਫਰ, ਰੇਡੀਓਗ੍ਰਾਫਰ ਹੈਗੇ ਹੋ, हर ऑक्यूपेशन दे शुड बी क्रिएटिंग देयर प्रोफाइल्स। ਉਹਦਾ ਰੀਜ਼ਨ ਹੈ ਕਿ ਯੂ ਨੈਵਰ ਨੋ ਯੂ ਮਾਈਟ ਗੈਟ ਪਿਕਡ ਅਪ ਈਵਨ ਘੱਟ ਸਕੋਰ ਦੇ ਉੱਤੇ। ਸੋ ਜਿੰਨੇ ਵੀ ਹੈਲਥ ਕੇਅਰ ਨਾਲ ਸਾਡੇ ਦੋਸਤ ਮਿੱਤਰ ਸਾਡੇ ਨਾਲ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਡੂ ਕ੍ਰੀਏਟ ਯੂਰ ਪ੍ਰੋਫਾਈਲ। ਤੁਹਾਡਾ ਜੋ ਮਰਜ਼ੀ ਸਕੋਰ ਆ, ਏਜ ਜ਼ਿਆਦਾ ਹੈਗੀ ਹੈ, ਆਈਲੈਟਸ ਦਾ ਸਕੋਰ ਘੱਟ ਹੈਗਾ, ਐਜੂਕੇਸ਼ਨ ਮਾਸਟਰਸ ਹੈਗੀ ਹੈ, ਬੈਚਲਰਸ ਹੈਗੀ ਹੈ, ਕ੍ਰੀਏਟ ਯੂਰ ਪ੍ਰੋਫਾਈਲ। ਯੂ ਨੈਵਰ ਨੋ ਯੂ ਮਾਈਟ ਬੀ ਦ ਲੱਕੀ ਵਨ ਹੂਮ ਜਿਨ੍ਹਾਂ ਦੀ ਕੈਨੇਡਾ ਨੂੰ ਪਾਲ ਹੋਵੇ। ਬਿਲਕੁਲ ਸਰ, ਜੇ ਤੁਸੀਂ ਇਹਦੀ ਇੱਦਾਂ ਦੀ ਗੱਲ ਕਰਦੇ ਹੋ ਕਿ ਜਿਹੜੇ ਇਸ ਵਕਤ ਬਹੁਤ ਸਾਰੇ ਇਹੋ ਜਿਹੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਵੀ ਬੈਠੇ ਨੇ, ਸਕਿਲਡ ਜੌਬਸ ਜਿਹੜੇ ਕਰਦੇ ਪਏ ਆ, ਪਰ ਇੰਨੀ ਜ਼ਿਆਦਾ ਕੁਆਲੀਫਿਕੇਸ਼ਨ ਜਾਂ ਐਜੂਕੇਸ਼ਨ ਨਹੀਂ ਹੈਗੀ, ਕਿ ਉਹਨਾਂ ਦਾ ਚਾਂਸ ਵੀ ਹੋ ਸਕਦਾ ਆ ਕਿ ਜਿਹੜੀਆਂ ਇਨ ਡਿਮਾਂਡ ਜੌਬ ਨੇ, ਜਿਵੇਂ ਅਸੀਂ ਗੱਲ ਕਰ ਲਈਏ ਕਿ ਜਿਹਦੇ ਵਿੱਚ ਜ਼ਿਆਦਾ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈਗੀ, ਕਿ ਉਹ ਵੀ ਆਪਣੀ ਪੂਲ 'ਚ ਫਾਈਲ ਕ੍ਰੀਏਟ ਕਰ ਸਕਦੇ ਨੇ। ਤੁਸੀਂ ਦੇਖੋ ਕਿ ਜਨਵਰੀ ਦੇ ਵਿੱਚ ਓਨਟਾਰੀਓ ਨੇ ਜਿਹੜਾ ਡਰਾਟ ਆਊਟ ਕੀਤਾ ਹੈਗਾ ਉਹ 336 ਪੁਆਇੰਟ ਐਂਡ ਅਬਵ ਤੇ ਗਿਆ। ਉਹਦੇ ਵਿੱਚ ਸਾਰੇ ਆਕੂਪੇਸ਼ਨਸ ਕਿਸ ਤਰ੍ਹਾਂ ਦੇ ਸੀਗੇ? ਕਾਰਪੈਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨਸ, ਟੈਕਨੀਸ਼ੀਅਨਸ, ਮਸ਼ੀਨਿਸਟ, ਮਕੈਨਿਕਸ, CNC ਪ੍ਰੋਗਰਾਮਰਸ। ਸੋ ਸਾਰੇ ਪਿਕ ਹੋਏ ਨੇ, ਗਲੇਜ਼ਰਸ, ਕੰਕਰੀਟ ਫਿਨਿਸ਼ਰਸ, ਇਸ ਤਰ੍ਹਾਂ ਦੇ ਆਕੂਪੇਸ਼ਨ। ਸੋ ਜਿੰਨੇ ਵੀ ਦੋਸਤ ਸਾਡੇ ਟ੍ਰੇਡ ਨਾਲ ਤਾਲੁਕ ਹੈਗਾ, ਟ੍ਰੇਡ ਦੇ ਨਾਲ ਤਾਲੁਕ ਹੈਗਾ, ITI ਕੀਤੀਆਂ ਹੋਈਆਂ, ਕ੍ਰੀਏਟ ਯੋਰ ਪ੍ਰੋਫਾਈਲ। ਮੈਂ ਬਾਰ-ਬਾਰ ਕਹਿ ਰਿਹਾ ਕਿ ਭਾਈ ਪ੍ਰੋਫਾਈਲ ਕ੍ਰੀਏਟ ਕਰਕੇ, ਹਾਂ ਪ੍ਰੋਫਾਈਲ ਇਸ ਤਰ੍ਹਾਂ ਕ੍ਰੀਏਟ ਕਰੋ ਕਿ ਉਹ ਕੱਲ੍ਹ ਨੂੰ ਪਿਕ ਹੋਣ ਦੇ ਚਾਂਸਿਸ ਤੇ ਅੱਗੇ ਫਾਈਲ ਥਰੂ ਹੋਣ ਦੇ ਚਾਂਸਿਸ ਵੀ ਰਹਿਣ। ਕਿਸੇ ਏਜੰਟ ਤੋਂ ਫਾਈਲ ਆਪਣਾ ਪ੍ਰੋਫਾਈਲ ਕ੍ਰੀਏਟ ਨਾ ਕਰਾਓ ਤਾਂ ਕਿ ਜਿਹਨੂੰ ਆਪ ਹੀ ਨਹੀਂ ਪਤਾ ਕਿ ਕੱਲ੍ਹ ਨੂੰ ਇਸ਼ੂਜ਼ ਕੀ ਆਉਣਗੇ, ਚੈਲੰਜਸ ਕੀ ਆਉਣਗੇ ਪ੍ਰੋਫਾਈਲ ਦੇ ਵਿੱਚੋਂ। ਪ੍ਰੋਫਾਈਲ ਕ੍ਰੀਏਟ ਕਰਨਾ ਇਹ 2 ਮਿੰਟ ਦਾ ਕੰਮ ਨਹੀਂ ਹੈਗਾ ਕਿ ਇਨਫੋਰਮੇਸ਼ਨ ਲਿੱਤੀ ਤੇ ਕ੍ਰੀਏਟ ਕਰ ਦਿੱਤਾ। ਬਿਕੋਜ਼ ਜਦੋਂ ਵੀ ਤੁਸੀਂ ਕਿਸੇ ਕੰਸਲਟੈਂਟ ਲਾਇਰ ਨਾਲ ਬੈਠ ਕੇ ਆਪਣਾ ਕੇਸ डिस्कस करोगे, दे विल गो इनटू द डेप्थ कि यह ऑक्यूपेशन यदि जी रिक्वायरमेंट्स है मीट हो रही हैं या नहीं हो रही, जॉब ड्यूटीज़ मीट हो रही नहीं हो रही, घंटे मीट हो रहे नहीं हो रहे, एजुकेशनल वो सारिया चीज़ों देखते उन्होंने प्रोफाइल क्रिएट करना है ताकि तुहानू एक बारी पिक हो गया उस तो बाद पिक होना तो बहुत सौखा है तरन। बिकॉज जो क्रिएट किया प्रोफाइल वो पिक हो सकता है, उस तो बाद अगे फाइल थ्रू करानी वो दैट इज द बिगेस्ट चैलेंज। जी गल करांगे इहदे बारे। साडे नाल दर्शक जुड़ गए ने। सत श्री अकाल जी, फोन नंबर 5911 कित्थों बोल रहे हो जी, की सवाल है?
ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਿੰਦਰ ਬੋਲਦੀ ਹਾਂ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਸਾਡੀ ਨਾ ਜਿੱਦਾਂ PR ਦੀ ਫਾਈਲ ਲੱਗੀ ਹੋਈ ਹੈ ਤੇ ਮੇਰਾ ਤੇ ਮੇਰੇ ਹਸਬੈਂਡ ਦਾ ਦੋਵਾਂ ਦੀ ਵਰਕ ਪਰਮਿਟ ਜਿੱਦਾਂ ਐਕਸਪਾਇਰ ਹੋਏ ਤੇ ਐਕਸਟੈਂਸ਼ਨ ਪਾਈ ਹੋਈ ਆ ਸਾਨੂੰ 7-7 8-8 ਮਹੀਨੇ ਹੋ ਗਏ ਪਾਈ ਨੂੰ। ਤੇ ਅਸੀਂ ਜਿੱਦਾਂ ਹੁਣ ਇੰਡੀਆ ਨੂੰ ਜਾਣਾ ਚਾਹੁੰਦੇ ਸੀ, ਸਾਡੇ ਕੋਲ ਜਿੱਦਾਂ 10 ਸਾਲ ਵਾਲਾ ਹੈਗਾ ਆਪਣਾ ਐਂਟਰੀ ਵੀਜ਼ਾ, ਤੇ ਅਸੀਂ ਜਾ ਸਕਦੇ ਹਾਂ। ਆਪਾਂ ਜੀ ਟੀਵੀ ਸਕਰੀਨ ਤੇ ਆਨਸਰ ਦਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਨੈਕਸਟ ਕਾਲਰ। ਹਾਂਜੀ, ਫੋਨ ਨੰਬਰ 2073, ਕਿੱਥੋਂ ਬੋਲ ਰਹੇ ਹੋ ਜੀ? ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਹਾਂਜੀ। ਮੰਮੀ ਡੈਡੀ ਦੀ ਨਾ PR ਕਰਵਾਈ ਸੀਗੀ ਤੇ ਮੰਮੀ ਤਾਂ ਇੱਥੇ ਆ ਗਏ, ਲੇਕਿਨ ਨਾ ਡੈਡੀ ਫੈਮਿਲੀ ਐਮਰਜੈਂਸੀ ਕਰਕੇ ਆ ਨਹੀਂ ਪਾ ਰਹੇ। ਤਾਂ ਇਹ ਸਵਾਲ ਸੀਗਾ ਕਿ ਜੇ ਹੁਣ ਗੋਡ ਫੋਰਬਿਡ ਡੈਡੀ ਦੀ PR ਜਿਹੜਾ 4 ਸਾਲ ਵਿੱਚ ਰਹਿਣਾ ਹੁੰਦਾ ਉਹ ਨਹੀਂ ਹੋ ਪਾਉਂਦਾ, ਤੇ ਡਾਊਨ ਦ ਲਾਈਨ ਫਿਰ ਮੰਮੀ ਪਾਪਾ ਨੂੰ ਸਪਾਂਸਰ ਕਰ ਸਕਦੇ PR ਵਾਸਤੇ, ਜਾਂ ਕਿੱਦਾਂ ਪਾਪਾ ਦੀ PR ਕੰਟੀਨਿਊ ਰੱਖੀਏ ਤੇ ਜੇ ਉਹ ਪੂਰੇ ਸਾਲ ਨਹੀਂ ਕਰ ਪਾਉਂਦੇ 4 ਸਾਲਾਂ ਵਿੱਚ ਤਾਂ 2 ਸਾਲ ਚਾਹੀਦੇ ਹੁੰਦੇ ਆ ਨਾ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ। ਪਹਿਲਾਂ ਜਿਨ੍ਹਾਂ ਨੇ ਕਾਲ ਕੀਤੀ ਸੀ ਕਿ ਇੰਡੀਆ ਜਾਣਾ ਚਾਹੁੰਦੇ ਨੇ ਪਰ ਐਕਸਟੈਂਸ਼ਨ ਪਾਈ ਹੋਈ ਹੈ ਤੇ 10 ਸਾਲ ਦਾ ਐਂਟਰੀ ਹੈਗੀ ਆ, ਕੀ ਕਰ ਸਕਦੇ ਨੇ? ਬਿਲਕੁਲ ਜੀ, ਜਦੋਂ ਵੀ ਤੁਸੀਂ ਤੁਹਾਡੇ ਕੋਲ ਸਟicker ਹੈਗਾ ਵੈਲਿਡ ਐਂਟਰੀ ਕਰਨ ਵਾਸਤੇ ਤੇ ਤੁਸੀਂ ਬਿਲਕੁਲ ਐਂਟਰ ਵਾਪਸ ਕਰ ਸਕਦੇ ਹੈਗੇ ਹੋ। ਬਟ ਜੇ ਸਟੇਟਸ ਲੈ ਕੇ ਜਾਓਗੇ ਇਟ ਵਿਲ ਬੀ ਮਚ ਬੈਟਰ। ਬਟ ਜੇ ਇਨ ਕੇਸ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਐਬਸੋਲੂਟਲੀ ਤੁਹਾਨੂੰ ਵਾਪਸ ਆਉਣ ਦੇ ਵਿੱਚ ਇਸ਼ੂ ਨਹੀਂ ਹੋਣੀ ਚਾਹੀਦਾ। ਡਾਕੂਮੈਂਟਰੀ ਐਵੀਡੈਂਸਸ ਪ੍ਰੂਫ ਸਾਰੇ ਤੋਂ ਆਪਣੇ ਕੋਲ ਰੱਖਿਓ ਜਦੋਂ ਵਾਪਸ ਕੈਨੇਡਾ ਐਂਟਰ ਕਰਨ ਲੱਗੇ ਜੀ। ਉਸ ਤੋਂ ਬਾਅਦ ਬ੍ਰੈਂਪਟਨ ਤੋਂ ਕਾਲ ਆਈ ਸੀ ਜਿਹਨੇ ਆਪਣੇ ਫਾਦਰ ਸਾਹਿਬ ਦੀ PR ਦੇ ਬਾਰੇ ਪੁੱਛਦੇ ਪਏ। ਹਾਂਜੀ ਬਿਲਕੁਲ ਜੀ। ਜੇ PR ਦੀ ਓਬਲੀਗੇਸ਼ਨ ਕੀ ਹੈ ਪਰਮਾਨੈਂਟ ਰੈਜ਼ੀਡੈਂਟ ਦੀ, ਕਿ 5 ਸਾਲ ਦੇ ਪੀਰੀਅਡ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ 2 ਸਾਲ ਜ਼ਰੂਰ ਰਹਿਣੇ ਚਾਹੀਦੇ। ਉਹ ਤੁਹਾਡੀ ਸਟੇਇੰਗ ਓਬਲੀਗੇਸ਼ਨਸ ਹੈਗੀਆਂ। ਸੋ ਜੇ ਤੁਸੀਂ ਤੁਹਾਡੇ ਫਾਦਰ ਸਾਹਿਬ ਉਹ ਮੀਟ ਨਹੀਂ ਕਰ ਪਾ ਰਹੇ ਤੇ ਹਾਲੇ ਤੇ ਇਟਸ ਅ ਲੌਂਗ ਵੇ ਟੂ ਗੋ, ਬਿਕੋਜ਼ 4 ਸਾਲ ਬਹੁਤ ਅਰਸਾ ਹੁੰਦਾ ਹੈਗਾ। ਹੋ ਸਕਦਾ ਸਰਕਮਸਟੈਂਸਿਸ ਚੇਂਜ ਹੋ ਜਾਣ ਐਂਡ ਹੀ ਇਜ਼ ਬੈਕ। ਸੋ ਜਦੋਂ ਵੀ ਉਹਨਾਂ ਦਾ PR ਐਕਸਪਾਇਰ ਹੁੰਦਾ, ਜੇ ਵਾਪਸ ਟਰੈਵਲ ਨਹੀਂ ਕਰ ਪਾਉਂਦੇ ਤੇ ਉਸ ਟਾਈਮ ਕਿਸੇ ਕੰਸਲਟੈਂਟ ਲਾਇਰ ਨਾਲ ਬੈਠ ਕੇ ਡਿਸਕਸ ਕਰਿਆ ਕਿ ਅੱਜ ਦੀ ਤਰੀਕ ਦੀ ਕੀ ਆਪਸ਼ਨਸ ਹੈਗੀਆਂ। ਐਬਸੋਲੂਟਲੀ ਤੁਹਾਡੇ ਮਦਰ ਸਪਾਂਸਰ ਕਰ ਸਕਦੇ ਨੇ ਤੁਹਾਡੇ ਫਾਦਰ ਨੂੰ ਕਦੀ ਵੀ ਜੀ। ਬਿਲਕੁਲ। ਤੇ ਆਪਾਂ ਵਾਪਸ ਆਪਣੇ ਟੌਪਿਕ ਤੇ ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰ ਦਵਾਂ। ਕਈ ਵਾਰੀ ਹੁੰਦਾ ਕੀ ਹੈ, 2 ਸਪਾਊਸਸ ਹਸਬੈਂਡ ਵਾਈਫ ਹੈਗੇ ਨੇ, ਰਾਈਟ? ਹਸਬੈਂਡ ਦੇ ਕੋਲ ਸਿਟੀਜ਼ਨਸ਼ਿਪ ਹੈਗੀ ਹੈ ਜਾਂ ਵਾਈਫ ਕੋਲ ਸਿਟੀਜ਼ਨਸ਼ਿਪ ਹੈਗੀ ਹੈ ਤੇ ਦੂਜੇ ਸਪਾਊਸ ਕੋਲ ਸਿਰਫ ਪਰਮਾਨੈਂਟ ਰੈਜ਼ੀਡੈਂਸੀ ਹੈਗੀ ਹੈ। ਸੋ ਦੋਨੋਂ ਹੀ ਬਾਹਰ ਰਹਿੰਦੇ ਨੇ। ਸੋ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈਗੇ ਨੇ ਉਹਨਾਂ ਦਾ PR ਰਿਨਿਊ ਆਟੋਮੈਟਿਕਲੀ ਹੋ ਸਕਦਾ ਹੈਗਾ, ਪੋਸੀਬਿਲਿਟੀ ਹੈਗੀ ਹੈ। ਈਵਨ ਜੇ ਇੱਕ ਦਿਨ ਕੈਨੇਡਾ ਦੇ ਵਿੱਚ ਨੇ, ਪ੍ਰੋਵਾਈਡਡ ਉਹ ਆਪਣੇ ਸਪਾਊਸ ਦੇ ਨਾਲ ਹੈਗੇ ਨੇ, ਕਿਸੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਹੈਗੇ ਨੇ। ਤਾਂ ਸਰਕਮਸਟੈਂਸਿਸ ਕਈ ਐਗਜ਼ਿਸਟ ਕਰਦੇ ਨੇ ਜੀ। ਤੁਸੀਂ ਕਿਸੇ ਕੰਸਲਟੈਂਟ ਲਾਇਰ ਨਾਲ ਬੈਠ ਕੇ ਡਿਸਕਸ ਕਰਿਆ ਕਰੋ ਜਦੋਂ ਐਕਚੁਅਲ ਸਰਕਮਸਟੈਂਸਿਸ ਆ ਜਾਣ ਤੁਹਾਡੇ ਉੱਤੇ ਜੀ। ਬਿਲਕੁਲ। ਤੇ ਆਪਾਂ ਵਾਪਸ ਟੌਪਿਕ ਦੇ ਉੱਤੇ ਆਈਏ। ਐਕਸਪ੍ਰੈਸ ਐਂਟਰੀ ਤੇ ਨਾਲ PNP ਦੀ ਤੁਸੀਂ ਗੱਲ ਕਰ ਸੀ। ਓਨਟਾਰੀਓ PNP ਦੇ ਵਿੱਚ ਵੀ ਕਿੰਨੇ ਆਪਸ਼ਨਸ ਇਸ ਵਾਰੀ ਦਿੱਤੇ ਗਏ ਨੇ ਇਹਨਾਂ ਨੇ? ਬਿਲਕੁਲ ਤਰਨ ਜੀ, ਤੁਸੀਂ ਦੇਖੋ ਕਿ ਸਾਰੇ ਡਰਾਜ਼ ਤਕਰੀਬਨ ਟ੍ਰੇਡ ਦੇ ਡਰਾਜ਼ ਆਕੂਪੇਸ਼ਨਸ ਹੈਗੇ ਨੇ ਜਿਹੜੇ ਪਿਕ ਕੀਤੇ ਗਏ ਨੇ। ਸੋ ਜਿੰਨੇ ਵੀ ਦੋਸਤ ਮਿਡਲ ਈਸਟ ਦੇ ਵਿੱਚ ਬੈਠੇ ਹੈਗੇ ਹੋ, ਇੰਡੀਆ 'ਚ ਬੈਠੇ ਹੋ, ਕਿਸੇ ਹੋਰ ਕੰਟਰੀ ਦੇ ਵਿੱਚ ਬੈਠੇ ਹੋ, ਟ੍ਰੇਡ ਦੇ ਨਾਲ ਤੁਹਾਡਾ ਤਾਲੁਕ ਹੈਗਾ ਆ, ਦਿਸ ਇਜ਼ ਦਾ ਟਾਈਮ ਟੂ ਕ੍ਰੀਏਟ ਯੋਰ ਪ੍ਰੋਫਾਈਲ। 336 ਦੇ ਪੁਆਇੰਟ ਤੇ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ। ਅਸੀਂ ਪਿਛਲੇ 7-8 ਪ੍ਰੋਗਰਾਮਸ ਤੋਂ ਬਾਰ-ਬਾਰ ਅਸੀਂ ਕਹਿ ਰਹੇ ਹਾਂ ਕਿ ਕ੍ਰੀਏਟ ਯੋਰ ਪ੍ਰੋਫਾਈਲਸ। ਸੋ ਆਪਣਾ ਪ੍ਰੋਫਾਈਲਸ ਕ੍ਰੀਏਟ ਕਰੋ। PNP ਕੱਲਾ ਐਕਸਪ੍ਰੈਸ ਐਂਟਰੀ ਦੇ ਨਹੀਂ, PNPs ਦੇ ਵਿੱਚ ਵੀ ਕ੍ਰੀਏਟ ਕਰੋ ਤਾਂ ਕਿ ਤੁਹਾਡੀ ਐਪਲੀਕੇਸ਼ਨਸ ਤੁਹਾਡੇ ਵਾਸਤੇ ਬ੍ਰੌਡਰ ਆਪਸ਼ਨਸ ਐਗਜ਼ਿਸਟ ਕਰਨ ਕਿ ਕਿਹੜੇ ਪ੍ਰੋਵਿੰਸ ਨੇ ਤੁਹਾਡੀ ਐਪਲੀਕੇਸ਼ਨ ਪਿਕ ਕਰਨੀ ਹੈਗੀ ਹੈ। ਐਂਡ ਡੂ ਨਾਟ ਲੈਟ ਦਿਸ ਓਪਰਚੁਨਿਟੀ ਪਾਸ। ਬਿਲਕੁਲ। ਇਹਦੇ ਨਾਲ ਹੀ ਥੋੜੀ ਜਿਹੀ ਆਪਾਂ ਗੱਲ ਕਰ ਲਈਏ ਰਿਫਿਊਜ਼ਲਸ ਦੇ ਉੱਤੇ ਵੀ। ਰਿਫਿਊਜ਼ਲਸ ਜਿਨ੍ਹਾਂ ਨੂੰ ਲੱਖ-ਲੱਖ ਕੈਟੇਗਰੀ ਦੇ ਵਿੱਚ ਆ ਰਹੀਆਂ ਨੇ, ਕੀ ਉਹ ਦੁਬਾਰਾ ਲਗਾਉਣ ਲਈ ਆਪਣੀਆਂ ਪ੍ਰੋਫਾਈਲ ਐਲੀਜੀਬਲ ਹੁੰਦੇ, ਖਾਸ ਤੌਰ ਤੇ ਜੇ ਇੱਥੇ ਹੁਣ ਆਪਾਂ ਮਿਸ ਰਿਪਰੈਜ਼ੈਂਟੇਸ਼ਨ ਦੇ ਕੇਸਿਸ ਬਹੁਤ ਜ਼ਿਆਦਾ ਦੇਖਦੇ ਪਏ ਹਾਂ। ਸੋ ਇਹਨਾਂ ਦਾ ਕੀ ਅੱਗੇ ਜਾ ਕੇ ਸਕੋਪ ਹੁੰਦਾ ਆ? ਤਰਨ ਓਕੇ, ਜਦੋਂ ਵੀ ਮਿਸ ਰਿਪਰੈਜ਼ੈਂਟੇਸ਼ਨ ਅੱਜ ਦੀ ਤਰੀਕ ਦੇ ਵਿੱਚ ਲੱਗ ਗਈ ਤੇ ਜਾਂ ਕੋਈ ਫਾਈਲ ਰਿਫਿਊਜ਼ ਹੋ ਗਈ ਤੇ ਐਪਲੀਕੈਂਟ ਨੂੰ ਲੱਗਦਾ ਆ ਕਿ ਆਹ ਡਿਸੀਜਨ ਠੀਕ ਨਹੀਂ ਹੋਇਆ ਮੇਰੇ ਵਾਸਤੇ, ਤੇ ਉਹਦੇ ਕੋਲ ਰਾਈਟ ਹੈਗਾ ਉਸ ਡਿਸੀਜਨ ਨੂੰ ਕੰਟੈਸਟ ਕਰਨ ਦਾ। ਸੋ ਜੇ ਤੇ ਮਿਸ ਰਿਪਰੈਜ਼ੈਂਟੇਸ਼ਨ ਹੀ ਲੱਗ ਗਈ ਤੇ 5 ਸਾਲ ਦਾ ਬੈਨ ਲੱਗ ਗਿਆ। ਬੇਸਿਕਲੀ ਉਸ ਐਪਲੀਕੈਂਟ ਨੂੰ ਜੁਡੀਸ਼ੀਅਲ ਰਿਵਿਊ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਕਿ ਉਹ ਚੈਲੰਜ ਕਰ ਸਕੇ ਜਿਹੜਾ ਆਫਿਸਰ ਨੇ ਡਿਸੀਜਨ ਲਿੱਤਾ ਉਹ ਗਲਤ ਲਿੱਤਾ, ਪ੍ਰੋਵਾਈਡਡ ਉਹ ਡਿਸੀਜਨ ਗਲਤ ਹੈਗਾ ਜਾਂ ਲਾਅ ਨੂੰ ਫੋਲੋ ਨਹੀਂ ਕੀਤਾ ਗਿਆ ਜਾਂ ਕੋਈ ਡਾਕੂਮੈਂਟਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਬਟ ਜੇ ਉਹ ਫੈਕਟਸ ਦੇ ਉੱਤੇ ਹੈਗਾ ਤੇ ਉਹ ਮਿਸ ਰਿਪਰੈਜ਼ੈਂਟੇਸ਼ਨ ਕੋਰਟ ਨਹੀਂ ਹਟਾਏਗਾ। ਬਟ ਅਦਰਵਾਈਜ਼ ਉਹ ਜੁਡੀਸ਼ੀਅਲ ਰਿਵਿਊ ਦੇ ਵਿੱਚ, ਅਪੀਲ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਤਾਂ ਕਿ ਉਸ ਡਿਸੀਜਨ ਨੂੰ ਚੈਲੰਜ ਕੀਤਾ ਜਾ ਸਕੇ ਤੇ 5 ਸਾਲ ਦਾ ਬੈਨ ਨਾ ਲੱਗੇ। ਸੋ ਇਹਦਾ ਮਤਲਬ ਹੈ ਜੇ ਅਪੀਲਸ ਤੁਸੀਂ ਜਾਓਗੇ, ਜੇ ਤੁਹਾਨੂੰ ਲੱਗ ਰਿਹਾ ਕਿ ਗਲਤ ਹੀ ਡਿਸੀਜਨ ਹੋਇਆ ਤਾਂ ਚਾਂਸਸ ਆ ਕਿ ਤੁਹਾਡੇ ਫੇਵਰ ਦੇ ਵਿੱਚ ਵੀ ਹੋ ਸਕਦਾ ਆ। ਕੋਰਟ ਨੇ ਡਿਸਾਈਡ ਕਰਨਾ ਆ, ਜੁਡੀਸ਼ੀਅਲ ਰਿਵਿਊ ਨੇ ਜਦੋਂ ਅਪੀਲ ਦੇ ਵਿੱਚ ਜਾਣਾ ਤੇ ਉਦੋਂ ਡਿਸਾਈਡ ਹੋਣਾ ਆ ਕਿ ਇਹ ਡਿਸੀਜਨ ਗਲਤ ਸੀਗਾ ਜਾਂ ਸਹੀ ਸੀਗਾ। ਉਦੋਂ ਸਾਰੇ ਡਾਕੂਮੈਂਟਰੀ ਐਵੀਡੈਂਸਸ ਪ੍ਰੋਵਾਈਡ ਕਰਨੇ ਆ। ਸੋ ਉੱਥੇ ਜੇ ਫੈਡਰਲ ਕੋਰਟ ਦੇ ਵਿੱਚ ਲੱਗੇਗਾ, ਜੇ ਅਸੀਂ ਜੁਡੀਸ਼ੀਅਲ ਰਿਵਿਊ ਵਾਸਤੇ ਗਏ
ਜੇ ਉੱਥੇ ਜੱਜ ਨੂੰ ਲੱਗੇਗਾ ਕਿ ਆ ਡਿਸੀਜਨ ਗਲਤ ਹੋਇਆ ਪ੍ਰੋਵਾਈਡਿੰਗ ਕਿ ਜਿਹੜੇ ਡਾਕੂਮੈਂਟਸ ਪ੍ਰੋਵਾਈਡ ਕੀਤੇ ਗਏ ਨੇ ਤੇ ਹੀ ਵਿਲ ਸੈਂਡ ਦਿਸ ਫਾਈਲ ਬੈਕ ਟੂ ਇਮੀਗ੍ਰੇਸ਼ਨ ਕਿ ਆ ਡਿਸੀਜਨ ਜਿਹੜਾ ਹੈਗਾ ਇਹਨੂੰ ਦੁਬਾਰਾ ਲੁੱਕ ਇਨਟੂ ਤੋਂ ਦੂਸਰਾ ਆਫੀਸਰ ਫਿਰ ਆ ਜਾਂਦਾ ਹੂ ਜੰਪਸ ਇਨਟੂ ਦਾ ਫਾਈਲ ਐਂਡ ਲੁਕਸ ਇਨਟੂ ਦਾ ਫਾਈਲ ਸੋ ਦੁਬਾਰਾ ਐਪਲੀਕੇਸ਼ਨ ਲੱਗਦੀ ਹੈ ਤੇ ਉਹ ਚੀਜ਼ਾਂ ਪੋਸੀਬਲ ਹੋ ਸਕਦੀਆਂ ਅਪੀਲ ਕੀ ਸਾਰੇ TR ਕੇਸਿਸ ਦੇ ਵਿੱਚ ਹੋ ਸਕਦਾ ਜਿਵੇਂ ਮੈਂ ਖਾਸ ਤੌਰ ਤੇ ਟੂਰਿਸਟ ਵੀਜ਼ਾ ਦੀ ਗੱਲ ਕਰਾਂ ਵਿਜ਼ਟਰ ਵੀਜ਼ਾ ਦੀ ਜਾਂ ਫਿਰ ਸਟੂਡੈਂਟ ਵੀਜ਼ਾ ਜਾਂ ਕਿਸੇ ਦਾ ਵਰਕ ਪਰਮਿਟ ਹੈ ਇਹਨਾਂ ਦੇ ਵਿੱਚ ਵੀ ਕੀ ਕਰ ਸਕਦੇ ਆ ਤਰਨ ਜੁਡੀਸ਼ੀਅਲ ਰਿਵਿਊ ਵਾਸਤੇ ਜ਼ਰੂਰ ਜਾ ਸਕਦੇ ਹੋ ਬਟ ਹਰ ਕੇਸ ਵਾਸਤੇ ਹੁਣ ਵਿਜ਼ਿਟ ਵੀਜ਼ਾ ਦੇ ਕੇਸ ਵਾਸਤੇ ਜੁਡੀਸ਼ੀਅਲ ਰਿਵਿਊ ਦੇ ਵਿੱਚ ਜਾਣ ਦਾ ਫਾਇਦਾ ਨਹੀਂ ਹੈਗਾ ਬਿਕੋਜ਼ ਇਟ ਇਜ਼ ਨਾਟ ਵਰਥ ਇਟ ਬਿਕੋਜ਼ ਯੂ ਵਿਲ ਐਂਡ ਅਪ ਸਪੈਂਡਿੰਗ ਮੋਰ ਮਨੀ ਵਿਦ ਦ ਲਾਇਰਸ ਠੀਕ ਹੈ ਜੇ ਵਿਜ਼ਿਟ ਵੀਜ਼ਾ ਕਿਸੇ ਦਾ ਰਿਫਿਊਜ਼ ਹੋਇਆ ਤੇ ਉਹ ਆਫੀਸਰਸ ਦੇ ਕਿਹੜੇ ਕੰਸਰਨਸ ਹੈਗੇ ਨੇ ਇੰਟਰਨਲ ਨੋਟਸ ਮੰਗਾ ਕੇ ਉਹ ਸਾਰੇ ਕੰਸਰਨਸ ਨੂੰ ਐਡਰੈਸ ਕਰਨਾ ਚਾਹੀਦਾ ਹੈਗਾ ਸੋ ਜਦੋਂ ਵੀ ਸਾਡੇ ਕੋਲ ਕੋਈ ਰਿਫਿਊਜ਼ਡ ਕੇਸ ਇਸ ਤਰ੍ਹਾਂ ਦਾ ਆਂਦਾ ਅਸੀਂ ਉਹਨੂੰ ਦੇਖਦੇ ਹਾਂ ਕਿ ਕਿਹੜੇ ਡਾਕੂਮੈਂਟਸ ਪ੍ਰੋਵਾਈਡ ਕੀਤੇ ਗਏ ਸੀ ਕੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਸੀ ਤੇ ਆਫੀਸਰ ਨੇ ਜਿਹੜਾ ਡਿਸੀਜਨ ਲਿੱਤਾ ਉਹਨੇ ਕਿਹੜੇ ਗਰਾਊਂਡਸ ਤੇ ਲਿੱਤਾ ਹੈ ਸੋ ਉਹਨੂੰ ਅਸੀਂ ਐਡਰੈਸ ਕਿਸ ਤਰ੍ਹਾਂ ਕਰਨਾ ਹੈ ਸੋ ਉਸਦੀ ਅਪੀਲ ਤਿਆਰ ਕਰਦੇ ਹੈਗੇ ਸੋ ਬੇਸਿਕਲੀ ਇਟਸ ਅ ਬ੍ਰੈਂਡ ਨਿਊ ਐਪਲੀਕੇਸ਼ਨ ਬਟ ਇਟ ਗੋਜ਼ ਲਾਈਕ ਅ ਅਪੀਲ ਜਿਹਦੇ ਵਿੱਚ ਅਸੀਂ ਸਾਰੇ ਕੰਸਰਨਸ ਐਡਰੈਸ ਕਰਦੇ ਹੈਗੇ ਕਈ ਵਾਰ ਇਦਾਂ ਹੁੰਦਾ ਕਿ 2-3 ਵਾਰ ਐਪਲੀਕੇਸ਼ਨ ਲਗਾਉਣ ਦੇ ਬਾਵਜੂਦ ਰਿਫਿਊਜ਼ਲ ਹੀ ਆਉਂਦੀ ਆ ਬਾਰ-ਬਾਰ ਤੇ ਆਮ ਤੌਰ ਤੇ ਜਿਹੜੀਆਂ ਵਿਜ਼ਟਰ ਵੀਜ਼ਾਸ ਦੀਆਂ ਐਪਲੀਕੇਸ਼ਨ ਹੁੰਦੀਆਂ ਨੇ ਇਹ ਉਹਦੇ ਵਿੱਚ ਐਕਸਕਿਊਜ਼ ਲਗਾਇਆ ਜਾਂਦਾ ਕਿ ਤੁਹਾਡੇ ਟਾਈਜ਼ ਸਟਰੋਂਗ ਨਹੀਂ ਹੈਗੇ ਕਿ ਤੁਸੀਂ ਵਾਪਸ ਨਹੀਂ ਆਓਗੇ ਬਿਲਕੁਲ ਤਰਨ ਜੀ ਉਹ ਉਸ ਟਾਈਜ਼ ਨੂੰ ਉੱਥੇ ਤੁਸੀਂ ਆਪਣੇ ਸਪਲੀਮੈਂਟ ਕਰਨਾ ਹੈ ਕਿ ਕਿਹੜੇ ਟਾਈਜ਼ ਤੁਸੀਂ ਕਿਸ ਤਰ੍ਹਾਂ ਹੈਗੇ ਤੁਹਾਡੀ ਫੈਮਿਲੀ ਕਿਹੜੀ ਪਿੱਛੇ ਰਹਿ ਰਹੀ ਹੈ ਤੁਹਾਡੇ ਨਾਮ ਤੇ ਪ੍ਰਾਪਰਟੀ ਕੀ ਹੈਗੀ ਹੈ ਤੁਹਾਡਾ ਬਿਜ਼ਨਸ ਕਿੱਥੇ ਹੈਗਾ ਜੌਬ ਕਿੱਥੇ ਹੈਗਾ ਬੱਚੇ ਕਿੱਥੇ ਰਹਿ ਰਹੇ ਨੇ ਸੋ ਆ ਸਾਡੇ ਤੁਹਾਡੇ ਟਾਈਜ਼ ਹੈਗੇ ਨੇ ਤੁਹਾਡੇ ਪੇਰੈਂਟਸ ਕਿੱਥੇ ਰਹੇ ਨੇ ਸੋ ਆ ਸਾਰੇ ਤੁਹਾਡੇ ਟਾਈਜ਼ ਹੈਗੇ ਨੇ ਸੋ ਜਿੰਨੀ ਅੱਛੀ ਤਰ੍ਹਾਂ ਟਾਈਜ਼ ਨੂੰ ਪੁੱਟ ਅਪ ਕਰੋਗੇ ਆਫੀਸਰ ਵਾਸਤੇ ਡਿਸੀਜਨ ਲੈਣਾ ਉਨਾ ਆਸਾਨ ਹੋ ਜਾਏਗਾ ਹੁਣ ਜਿੱਥੇ ਮਿਸ ਰਿਪਰੈਜ਼ੈਂਟੇਸ਼ਨ ਲੱਗ ਗਈ ਤਰਨ ਜਿੱਥੇ ਪਤਾ ਕਿ 5 ਸਾਲ ਦਾ ਬੈਨ ਲੱਗ ਗਿਆ ਐਂਡ ਗਲਤ ਲੱਗਾ ਹੈਗਾ ਸੋ ਉੱਥੇ ਜੁਡੀਸ਼ੀਅਲ ਰਿਵਿਊ ਵਾਸਤੇ ਜਾਣਾ ਇਟ ਇਜ਼ it might be favorable because ਹੋ ਸਕਦਾ ਤੁਹਾਡਾ ਬੈਨ 5 ਸਾਲ ਦਾ ਖਤਮ ਹੋ ਜਾਵੇ ਤੁਹਾਡੇ ਉੱਤੇ ਸੋ ਤੁਸੀਂ ਦੁਬਾਰਾ ਐਪਲੀਕੇਸ਼ਨ ਲਗਾਉਣ ਦੀ ਸਟੇਜ ਦੇ ਵਿੱਚ ਆ ਜਾਓ ਸੋ ਆ ਸਾਰੀਆਂ ਚੀਜ਼ਾਂ ਤੁਸੀਂ ਦੇਖਣੀ ਹਾਂ ਜੇ ਤੇ ਝੂਠ ਬੋਲਿਆ ਹੈਗਾ ਮਿਸ ਰਿਪਰੈਜ਼ੈਂਟ ਕੀਤਾ ਹੈ ਆਪਣੇ ਆਪ ਨੂੰ ਤੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਤੇ ਐਬਸੋਲੂਟਲੀ ਇਟ ਵਿਲ ਨਾਟ ਔਰ ਬੈਨ ਰਿਮੂਵ ਨਹੀਂ ਹੋਏਗਾ ਹੁਣ ਇਸੇ ਤਰ੍ਹਾਂ ਜਦੋਂ ਤੁਸੀਂ ਪੇਰੈਂਟਸ ਦੀ ਐਪਲੀਕੇਸ਼ਨ ਜਾਂ ਸਪਾਊਸਲ ਸਪਾਂਸਰਸ਼ਿਪ ਦੇ ਵਿੱਚ ਐਪਲੀਕੇਸ਼ਨ ਲਗਾਉਂਦੇ ਹੋ ਤੇ ਉਹ ਐਪਲੀਕੇਸ਼ਨ ਕਿਸੇ ਵਜ੍ਹਾ ਨਾਲ ਰਿਫਿਊਜ਼ ਹੋ ਜਾਂਦੀ ਹੈ ਤੇ ਉਹਨੂੰ ਤੁਸੀਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਤੇ ਜਾ ਕੇ ਉਹ ਡਿਸੀਜਨ ਨੂੰ ਕੰਟੈਸਟ ਕਰ ਸਕਦੇ ਹੈਗੇ ਕਿਉਂਕਿ ਆਫੀਸਰ ਦਾ ਡਿਸੀਜਨ ਠੀਕ ਨਹੀਂ ਸੀਗਾ ਸੋ ਉੱਥੇ ਜਾ ਕੇ ਉਹ ਡਿਸੀਜਨ ਨੂੰ ਤੁਸੀਂ ਬਹਿਸ ਕਰ ਸਕਦੇ ਹੈਗੇ ਆਪ ਡਾਕੂਮੈਂਟਰੀ ਐਵੀਡੈਂਸਸ ਪ੍ਰੋਵਾਈਡ ਕਰ ਸਕਦੇ ਹੋ ਸੋ ਉੱਥੇ ਵੀ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਵੀ ਕੇਸਿਸ ਥਰੂ ਹੁੰਦੇ ਨੇ ਤਰਨ ਸਰ ਥੋੜੀ ਜੀ ਸਟੂਡੈਂਟਸ ਦੀ ਵੀ ਗੱਲ ਕਰ ਲਈ ਅੱਗੇ ਆਪਾਂ ਕਹਿੰਦੇ ਸੀ ਕਿ ਜਿਸ ਤਰੀਕੇ ਨਾਲ ਡਰਾ ਲਗਾਤਾਰ ਵਧ ਰਹੇ ਨੇ ਕਿ ਖਾਸ ਤੌਰ ਤੇ ਗ੍ਰੇਡ 12 ਸਟੂਡੈਂਟਸ ਦੇ ਲਈ ਬਹੁਤ ਮੁਸ਼ਕਿਲ ਹੋ ਰਿਹਾ ਵਾ ਹੁਣ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ PNPs ਦੇ ਵਿੱਚ ਵੀ ਜਿਹੜੀਆਂ ਟ੍ਰੇਡ ਜੌਬਸ ਨੂੰ ਇਸ ਵਕਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਚੇਂਜਸ ਹੋ ਰਹੇ ਨੇ ਸੋ ਅਜਿਹੇ ਦੇ ਵਿੱਚ ਜੇ ਅਸੀਂ ਸਟੂਡੈਂਟਸ ਦਾ ਕੈਨੇਡਾ ਦੇ ਵਿੱਚ ਸਕੋਪ ਦੇਖੀਏ ਤਾਂ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਤਰਨ ਜੀ ਤਕਰੀਬਨ 7 ਲੱਖ ਦੇ ਆਸ-ਪਾਸ ਇੰਟਰਨੈਸ਼ਨਲ ਸਟੂਡੈਂਟਸ 2022 ਦੇ ਵਿੱਚ ਲੈਂਡ ਕੀਤੇ ਨੇ ਠੀਕ ਹੈ ਐਂਡ ਉਹਦੇ ਵਿੱਚ ਇੰਡੀਆ ਇਜ਼ ਦਾ ਨੰਬਰ 1 ਸੋਰਸ ਕੰਟਰੀ ਸੋ ਫਾਰ ਸੋ ਇਸ ਟਾਈਮ ਤੇ ਇੱਕ ਚੀਜ਼ ਹੋਰ ਆ ਤਰ੍ਹਾਂ ਇੱਕ ਹੋਰ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜੇ ਰਿਟਾਇਰਮੈਂਟਸ ਹੈਗੀਆਂ ਕੈਨੇਡਾ ਦੇ ਵਿੱਚ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਹੋਣ ਵਾਲੀਆਂ ਹੈਗੀਆਂ ਅੱਜ ਤੋਂ 15 ਸਾਲ ਪਹਿਲੇ ਅੱਜ ਤੋਂ 20 ਸਾਲ ਪਹਿਲੇ ਜਦੋਂ ਇੱਕ ਬੰਦਾ ਰਿਟਾਇਰ ਹੁੰਦਾ ਸੀਗਾ ਨਾ ਤੇ ਵਰਕ ਫੋਰਸ ਦੇ ਵਿੱਚ 7 ਬੰਦੇ ਹੁੰਦੇ ਸੀ ਉਹਨੂੰ ਰਿਪਲੇਸ ਕਰਨ ਵਾਸਤੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਉਸ ਸਟੇਜ ਦੇ ਵਿੱਚ ਆ ਗਏ ਜਿੱਥੇ ਇਹ ਗ੍ਰਾਫ ਥੱਲੇ ਜਾ ਰਿਹਾ ਹੈਗਾ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਇੱਕ ਬੰਦਾ ਰਿਟਾਇਰ ਹੁੰਦਾ ਹੈ ਤੇ ਸਿਰਫ 3 ਬੰਦੇ ਹੈਗੇ ਨੇ ਉਹਨੂੰ ਰਿਪਲੇਸ ਕਰਨ ਵਾਸਤੇ ਸੋ ਆਉਣ ਵਾਲੇ 10 ਸਾਲਾਂ ਦੇ ਵਿੱਚ ਅਸੀਂ ਜਿਹੜੀ ਟ੍ਰੈਜੈਕਟਰੀ ਦੇ ਵਿੱਚ ਜਾ ਰਹੇ ਹਾਂ ਜਿਸ ਤਰ੍ਹਾਂ ਦਾ ਡਾਊਨਫਾਲ ਦੇ ਵਿੱਚ ਜਾ ਰਹੇ ਹਾਂ 2 ਬੰਦੇ ਜਾਂ 1.5 ਬੰਦਾ ਰਹਿ ਜਾਣਾ ਹੈਗਾ ਇੱਕ ਬੰਦੇ ਨੂੰ ਰਿਪਲੇਸ ਕਰਨ ਵਾਸਤੇ ਵਿਚ ਵਿਲ ਬੀ ਅ ਵੈਰੀ ਵੈਰੀ ਅਨਹੈਲਦੀ ਸਿਚੁਏਸ਼ਨ ਕੰਟਰੀ ਵਾਸਤੇ ਇਕਨੋਮੀ ਵਾਸਤੇ ਸੋ ਉਸ ਸਿਚੁਏਸ਼ਨ ਨੂੰ ਰਿਪਲੇਸ ਕਰਨ ਵਾਸਤੇ ਉਸ ਟ੍ਰੈਜੈਕਟਰੀ ਨੂੰ ਦੁਬਾਰਾ ਡਿਵਰਟ ਕਰਨ ਵਾਸਤੇ ਇਮੀਗ੍ਰੇਸ਼ਨ ਆਫੀਸਰਸ ਇਮੀਗ੍ਰੇਸ਼ਨ ਮਿਨਿਸਟਰ IRCC ਬਹੁਤ ਅਮੇਜ਼ਿੰਗ ਡਿਸੀਜਨਸ ਲੈ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ 4.5 ਲੱਖ ਦਾ 4,65,000 ਦਾ ਇਸ ਸਾਲ ਦਾ ਟਾਰਗੇਟ ਹੈਗਾ ਦਿਸ ਇਜ਼ ਔਨ ਟੂ that side ਤਾਂ ਕਿ ਅਸੀਂ ਉਹ ਜਿਹੜਾ ਟ੍ਰੈਜੈਕਟਰੀ ਤੇ ਸਾਡੀ ਥੱਲੇ ਜਾ ਰਹੀ ਹੈ ਅਸੀਂ ਉਹਨੂੰ ਵਾਪਸ ਪੋਜ਼ਿਟਿਵ ਗਰੋਥ ਵੱਲ ਲੈ ਕੇ ਜਾ ਸਕੀਏ ਸੋ ਫॉर ਈਚ ਰਿਟਾਇਰਿੰਗ ਪਰਸਨ ਵੀ ਹੈਵ 3 4 5 ਔਰ 6 ਆਈਡੀਅਲ ਟਾਰਗੇਟ ਵੁੱਡ ਬੀ 7 ਪੀਪਲ ਹੋਣ ਸਾਡੇ ਕੇ ਉਸ ਇੱਕ ਰਿਟਾਇਰੀ ਨੂੰ ਰਿਪਲੇਸ ਕਰਨ ਵਾਸਤੇ ਬਟ ਉਹ ਹਾਲੇ ਨਜ਼ਰ ਨਹੀਂ ਆ ਰਿਹਾ ਅੱਜ ਦੀ ਤਰੀਕ ਦੇ ਵਿੱਚ ਅਗਲੇ 8 ਸਾਲਾਂ ਦੇ ਵਿੱਚ ਅਗਲੇ 7 ਸਾਲਾਂ ਦੇ ਵਿੱਚ ਵੀ ਸੀ ਐਟਲੀਸਟ 24-25% ਆਫ ਆਵਰ ਪੋਪੂਲੇਸ਼ਨ ਰਿਟਾਇਰਿੰਗ ਸੋ ਜੇ ਅਜ 38 ਮਿਲੀਅਨ ਦੀ ਪੋਪੂਲੇਸ਼ਨ ਹੈ 9 ਮਿਲੀਅਨ ਰਿਟਾਇਰ ਹੋਣ ਜਾ ਰਹੇ ਨੇ ਸੋ ਉਹਨੂੰ ਰਿਪਲੇਸ ਕਰਨਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਅਸੀਂ ਉਹ ਵਰਕ ਕਲਾਸ ਨੂੰ ਐਡ ਕਰ ਰਹੇ ਹਾਂ ਜਿਨ੍ਹਾਂ ਦੀ ਏਜ ਘੱਟ ਹੈਗੀ ਜਿਹਦੇ ਵਿੱਚ ਸਟੂਡੈਂਟਸ ਬਹੁਤ ਫਸਟ ਕਲਾਸ ਤਰੀਕੇ ਦੇ ਨਾਲ ਫਿਟ ਹੁੰਦੇ ਨੇ ਬਿਕੋਜ਼ ਸਟੂਡੈਂਟਸ ਹੁੰਦੇ ਨੇ 18 ਸਾਲ ਤੋਂ ਲੈ ਕੇ 30 ਸਾਲ ਦੇ 35 ਸਾਲ ਤੱਕ ਔਨ ਐਨ ਐਵਰੇਜ ਸੋ ਉਹ ਏਜ ਉਹਨਾਂ ਦੀ ਵਰਕ
वर्क एज काफ़ी पई हैगी बिकॉज वर्क एज हैगी मैक्सिमम 65 तक ਅਸੀਂ ਕੰਸੀਡਰ ਕਰਦੇ ਹਾਂ ਸੋ ਉਹ ਵਰਕ ਏਜ ਉਹਨਾਂ ਦੀ ਕਾਫੀ ਹੈਗੀ ਸੋ ਇਸ ਵਾਸਤੇ ਸਾਰੇ ਇੰਡੇਵਰਸ ਲਿੱਤੇ ਜਾ ਰਹੇ ਨੇ ਇਮੀਗ੍ਰੇਸ਼ਨ ਵੱਲੋਂ ਤਾਂ ਕਿ ਅਸੀਂ ਉਹ ਵਰਕ ਫੋਰਸ ਨੂੰ ਰਿਪਲੇਸ ਕਰ ਸਕੀਏ ਤਾਂ ਕਿ ਜਿੰਨੀਆਂ ਪਬਲਿਕ ਪਾਲਿਸੀਜ਼ ਹੈਗੀਆਂ ਫ੍ਰੀ ਐਜੂਕੇਸ਼ਨ ਦੀਆਂ ਮੈਡੀਕਲਸ ਦੀਆਂ ਹੋਰ ਐਕਸਪੈਂਸ਼ਨ ਦੀਆਂ ਹੈਲਥ ਕੇਅਰ ਦੀਆਂ ਉਹ ਸਾਰੀਆਂ ਅਸੀਂ ਕੰਟਰੀ ਕਾਇਮ ਰੱਖ ਸਕੀਏ ਕੀ ਇੱਥੇ ਆ ਕੇ ਸਟੂਡੈਂਟ ਕਾਲਜ ਚੇਂਜ ਕਰ ਸਕਦੇ ਆ ਜੇ ਕਰ ਸਕਦੇ ਆ ਉਹਦਾ ਕੀ ਪ੍ਰੋਸੈਸ ਹੋਏਗਾ ਕਾਲਜ ਦੇ ਨਾਲ ਕੀ ਕੋਰਸ ਵੀ ਚੇਂਜ ਕੀਤਾ ਜਾ ਸਕਦਾ ਆ ਤਰਨ ਜੀ ਹੁੰਦਾ ਕੀ ਹੈਗਾ ਕਿ ਜਦੋਂ ਬਹੁਤ ਸਾਰੇ ਐਪਲੀਕੈਂਟਸ ਏਜੰਟਸ ਇੰਡੀਆ ਬੈਠੇ ਜਦੋਂ ਸਟੂਡੈਂਟ ਅਪਲਾਈ ਕਰਦੇ ਹੋ ਵੀਜ਼ਾ ਵਾਸਤੇ ਉਹਨਾਂ ਕੋਲ ਜਿਹੜਾ ਕੋਰਸ ਮਿਲਦਾ ਹੈਗਾ ਜਿੱਥੇ ਸੀਟ ਮਿਲਦੀ ਹੈ ਉੱਥੇ ਚ ਐਡਮਿਸ਼ਨ ਕਰਾ ਦਿੰਦੇ ਨੇ ਤੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਨਾ ਉਹ ਕੋਰਸ ਕਰਨਾ ਚਾਹੁੰਦੇ ਹੋ ਨਾ ਉਸ ਕਾਲਜ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਤੁਸੀਂ ਕਾਲਜ ਚੇਂਜ ਕਰਨਾ ਚਾਹੁੰਦੇ ਹੋ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਤੇ ਨਾਰਮਲੀ ਉਸ ਸੇਮ ਸਮੈਸਟਰ ਦੇ ਵਿੱਚ ਉਹ ਕੋਰਸ ਨਹੀਂ ਮਿਲ ਪਾਉਂਦਾ ਸੋ ਜਦੋਂ ਉਹ ਕੋਰਸ ਨਹੀਂ ਮਿਲ ਪਾਉਂਦਾ ਤੇ ਤੁਹਾਡਾ ਸਟੇਟਸ ਜਿਹੜਾ ਹੈਗਾ ਤੁਹਾਨੂੰ ਆਥੋਰਾਈਜੇਸ਼ਨ ਟੂ ਵਰਕ ਵੀ ਨਹੀਂ ਰਹਿੰਦਾ ਤੁਹਾਡੇ ਕੋਲ ਤੁਹਾਡਾ ਸਟੇਟਸ ਵੀ ਫਰਮ ਸਟੂਡੈਂਟ ਟੈਕਨੀਕਲੀ ਵਿਜ਼ਿਟਰ ਤੇ ਆ ਜਾਂਦੇ ਹੈਗੇ ਸੋ ਉਹ ਤੁਹਾਨੂੰ ਜੇ ਤੁਸੀਂ ਸੇਮ ਕਾਲਜ ਤੇ ਨਹੀਂ ਪੜ੍ਹਨਾ ਚਾਹੁੰਦੇ ਸੇਮ ਕੋਰਸ ਨਹੀਂ ਲੈਣਾ ਚਾਹੁੰਦੇ ਜਿਹੜਾ ਲੈ ਕੇ ਤੁਸੀਂ ਆਏ ਹੈਗੇ ਹੋ ਤੇ ਵਿਦ ਇਨ ਕੈਨੇਡਾ ਵੀ ਆਪਸ਼ਨਸ ਐਗਜ਼ਿਸਟ ਕਰਦੀਆਂ ਕੋਰਸ ਚੇਂਜ ਕਰਨ ਦੀਆਂ ਬਟ ਨਾਰਮਲੀ ਕਾਲਜਸ ਦੇ ਕੋਲ ਸੀਟਸ ਹੀ ਨਹੀਂ ਹੁੰਦੀਆਂ ਤੇ ਉਹ ਚੇਂਜਸ ਦੀ ਆਪਸ਼ਨ ਰਹਿੰਦੀਆਂ ਨਹੀਂ ਹੈਗੀਆਂ ਬਟ ਆਈਸੀਸੀ ਇਮੀਗ੍ਰੇਸ਼ਨ ਨੇ ਕੁਝ ਕਾਲਜਸ ਨਾਲ ਨੈਗੋਸ਼ੀਏਟ ਕੀਤਾ ਜੇ ਅੱਜ ਵੀ ਤੁਸੀਂ ਜਨਵਰੀ ਵਾਸਤੇ ਆਏ ਹੋ ਜਨਵਰੀ ਅੱਜ 18 ਤਰੀਕ ਹੋ ਗਈ ਹੈ ਐਂਡ ਯੂ ਸਟਿਲ ਨੀਡ ਟੂ ਚੇਂਜ ਯੋਰ ਕੋਰਸ ਔਰ ਅ ਕਾਲਜ ਰਾਈਟ ਅਵੇ ਸਾਨੂੰ ਕੰਟੈਕਟ ਕਰੋ we might be able to get it done in next 5 to 7 days ਤੇ 7-5 ਤੋਂ ਤੁਹਾਡਾ ਨਾ ਤੇ ਸਮੈਸਟਰ ਡ੍ਰੌਪ ਹੋਏਗਾ ਨਾ ਹੀ ਤੁਹਾਨੂੰ ਨੈਗੇਟਿਵਲੀ ਇੰਪੈਕਟ ਕਰੇਗਾ ਅੱਗੇ ਆਉਣ ਵਾਲੇ ਟਾਈਮ ਵਾਸਤੇ ਤੁਸੀਂ 18 ਤਰੀਕ ਅੱਜ ਕਹਿ ਦਿੱਤੀ 28 ਫਰਵਰੀ ਵੀ ਆਉਣ ਵਾਲੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਪਬਲਿਕ ਪਾਲਿਸੀ ਜਿਹੜੀ ਆ ਵਿਜ਼ਟਰਸ ਦੇ ਲਈ ਖਾਸ ਤੌਰ ਤੇ ਜੋ ਇਸ ਵਕਤ ਚੱਲ ਰਹੀ ਆ 28 ਤਰੀਕ ਨੂੰ ਖਤਮ ਹੋਣ ਵਾਲੀ ਹੈ ਸੋ ਇਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਆਪਾਂ ਜ਼ਰੂਰ ਦੇ ਦਈਏ ਤਰਨ ਜੀ ਐਬਸੋਲੂਟਲੀ ਲਾਸਟ ਦਸੰਬਰ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਇੱਕ ਸਟੇਟਮੈਂਟਸ ਦਿੱਤੀਆਂ ਸੀਗੀਆਂ ਕਿ ਇਸ ਟਾਈਮ ਤੇ ਈਵਨ ਇਕਨੋਮੀ ਅਸੀਂ ਥੱਲੇ ਜਾਂਦੀਆਂ ਵੀ ਦੇਖ ਰਹੇ ਹਾਂ ਇੰਟਰਸਟ ਰੇਟਸ ਉੱਪਰ ਜਾਂਦੇ ਵੀ ਦੇਖ ਰਹੇ ਹਾਂ ਸਟਿਲ ਸਾਡੇ ਕੋਲ 9,60,000 ਜੌਬ ਐਗਜ਼ਿਸਟ ਕਰਦੀਆਂ ਪਈਆਂ ਕੈਨੇਡਾ ਦੇ ਵਿੱਚ ਉਸ ਜੌਬਸ ਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈਗਾ ਬਿਕੋਜ਼ ਬਿਜ਼ਨਸਮੈਨ ਜਿਹੜਾ ਹੈਗਾ ਉਹ ਆਪਣਾ ਬਿਜ਼ਨਸ ਸਹੀ ਤਰੀਕੇ ਨਾਲ ਚਲਾ ਹੀ ਨਹੀਂ ਪਾ ਰਿਹਾ ਬਿਕੋਜ਼ ਆਫ ਲੈਕ ਆਫ ਵਰਕਫੋਰਸ ਸੋ ਉਹਨਾਂ ਨੂੰ ਵਰਕਫੋਰਸ ਪ੍ਰੋਵਾਈਡ ਕਰਨਾ ਬਹੁਤ ਇੱਕ ਅਹਿਮ ਚੀਜ਼ ਸੀਗੀ ਸੋ ਐਸੇ ਕਰਕੇ ਤੁਹਾਨੂੰ ਯਾਦ ਹੋਏਗਾ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਸਟੂਡੈਂਟਸ ਨੂੰ ਫੁੱਲ ਟਾਈਮ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਸੋ ਦਿਸ ਵਾਸ ਟੂ ਲੁੱਕ ਇਨਟੂ ਕਿ ਉਹਨਾਂ ਨੂੰ ਉਹ ਮਿਲ ਸਕੇ ਦੂਸਰੀ ਚੀਜ਼ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਉਹ ਕੰਟਰੀਜ਼ ਜਿੱਥੇ ਜਿਹੜੀਆਂ ਵੀਜ਼ਾ ਐਗਜ਼ੈਂਪਟ ਕੰਟਰੀਜ਼ ਹੈਗੀਆਂ ਯੂਰਪ ਹੋ ਗਿਆ ਆਸਟ੍ਰੇਲੀਆ ਨਿਊਜ਼ੀਲੈਂਡ ਹੋ ਗਿਆ ਉੱਥੋਂ ਸਟੂਡੈਂਟਸ ਉੱਥੋਂ ਐਪਲੀਕੈਂਟਸ ਕੈਨੇਡਾ ਆਉਂਦੇ ਨੇ ਕੰਮ ਕਰਨ ਵਾਸਤੇ ਹੌਲੀਡੇ ਮੇਕਰ ਵੀਜ਼ਾ ਹੈਗਾ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਐਗਜ਼ਿਸਟ ਸੋ ਇਹ ਤਕਰੀਬਨ 35 ਸਾਲ ਤੱਕ ਇਹ ਕਲਾਸ ਐਗਜ਼ਿਸਟ ਕਰਦੀ ਹੈਗੀ ਹੈ ਸੋ 20 ਸਾਲ ਤੋਂ ਲੈ ਕੇ 35 ਸਾਲ ਤੱਕ ਐਪਲੀਕੈਂਟਸ ਆ ਸਕਦੇ ਨੇ ਸੋ ਉਹਦਾ ਕੋਟਾ ਵੀ 20% ਵਧਾਇਆ ਗਿਆ 90,000 ਦਾ ਕੋਟਾ ਫॉर 2023 ਰੱਖਿਆ ਗਿਆ ਕਿ ਤਾਂ ਕਿ ਆਈਸੀ ਦੇ ਵਿੱਚ ਵੀ ਜਿਹੜੇ ਇਟਲੀ ਤੋਂ ਯੂਰਪ ਤੋਂ ਐਪਲੀਕੈਂਟਸ ਆਉਂਦੇ ਨੇ ਉਹ ਵੱਧ ਨੰਬਰ ਦੇ ਵਿੱਚ ਆ ਸਕਣ ਹੁਣ ਇਸ ਤੋਂ ਬਾਅਦ ਤੀਜਾ ਡਿਸੀਜਨ ਜਿਹੜਾ ਲਿੱਤਾ ਗਿਆ ਉਹ ਲਿੱਤਾ ਗਿਆ ਕਿ 2 ਲੱਖ ਐਪਲੀਕੈਂਟਸ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਐਡ ਕਰਾਂਗੇ ਜਿਹੜੇ ਵਰਕਰਸ ਜਿਹੜੇ ਜਿਨ੍ਹਾਂ ਦੇ ਸਪਾਊਸਸ ਨੌਕ ਸੀ ਨੌਕ ਡੀ ਦੇ ਵਿੱਚ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਸਪਾਊਸਸ ਵੀ ਐਲੀਜੀਬਲ ਹੋ ਜਾਣਗੇ ਵਰਕ ਪਰਮਿਟ ਵਾਸਤੇ ਸੋ ਉਹ ਵੀ ਇੱਕ ਫੇਜ਼ ਕੀਤਾ ਗਿਆ ਉਸ ਤੋਂ ਬਾਅਦ ਚੌਥੀ ਜਿਹੜੀ ਪਬਲਿਕ ਪਾਲਿਸੀ ਹੈਗੀ ਜਿਹੜੀ 28 ਤਰੀਕ ਨੂੰ ਖਤਮ ਹੋਣ ਜਾ ਰਹੀ ਹੈ ਉਹਨੂੰ ਵੀ ਐਕਸਟੈਂਡ ਕਰਨ ਦੀ ਹਲੇ ਕੋਈ ਰੂਲਿੰਗ ਆਈ ਨਹੀਂ ਹੈਗੀ ਬਟ ਵੀ ਆਰ ਐਕਸਪੈਕਟਿੰਗ ਕਿ ਉਹਦੇ ਉੱਤੇ ਵੀ ਚਾਂਸਸ ਹੈਗੇ ਨੇ ਕਿ ਉਹ ਆਏਗੀ ਬਟ ਜਦ ਤੱਕ ਉਹ ਨਹੀਂ ਆਂਦੀ ਉਹ 28 ਫਰਵਰੀ ਦੀ ਹੀ ਡੈਡਲਾਈਨ ਲਿੱਤੀ ਜਾਣੀ ਚਾਹੀਦੀ ਹੈ ਸੋ ਜਿੰਨੇ ਵੀ ਐਪਲੀਕੈਂਟਸ ਵਿਜ਼ਟਰ ਜਿਹੜੇ ਕੈਨੇਡਾ ਦੇ ਵਿੱਚ ਆਏ ਨੇ ਦੇ ਸ਼ੁੱਡ ਬੀ ਗੈਟਿੰਗ ਦਾ opportunity to ਇਹਦਾ ਫਾਇਦਾ ਲੈਣ ਵਾਸਤੇ ਸੋ ਉਹਦੇ ਵਾਸਤੇ ਕਿਸੇ ਕੰਸਲਟੈਂਟ ਲਾਇਰ ਕੋਲ ਬੈਠ ਕੇ ਡਿਸਕਸ ਕਰੋ ਐਂਡ ਕੱਲਾ ਜਦੋਂ ਵੀ ਤੁਸੀਂ ਕੰਸਲਟੈਂਟ ਲਾਇਰ ਕੋਲ ਬੈਠਦੇ ਹੋ ਆ ਨਾ ਡਿਸਕਸ ਕਰੋ ਕਿ ਮੈਂ ਵਰਕ ਪਰਮਿਟ ਲੈਣਾ ਤੁਹਾਡਾ ਮੇਨ ਗੋਲ ਵਰਕ ਪਰਮਿਟ ਲੈਣਾ ਨਹੀਂ ਹੈਗਾ ਤੁਹਾਡਾ ਮੇਨ ਗੋਲ ਹੈਗਾ ਪਰਮਾਨੈਂਟ ਰੈਜ਼ੀਡੈਂਸੀ ਲੈਣਾ ਸੋ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਕਿਸ ਪ੍ਰੋਵਿੰਸ ਦੇ ਵਿੱਚ ਹੋ ਰਹੀ ਹੈ ਐ ਨਹੀਂ ਕਿ ਮੇਰੀ ਵਾਈਫ ਜਾਂ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਕੈਨੇਡਾ ਓਨਟਾਰੀਓ ਦੇ ਵਿੱਚ ਹੈਗੇ ਨੇ ਮੈਂ ਓਨਟਾਰੀਓ ਦੇ ਵਿੱਚ ਹੀ ਲੈ ਲਵਾਂ ਓਨਟਾਰੀਓ ਦੇ ਵਿੱਚ ਵਰਕ ਪਰਮਿਟ ਤਾਂ ਲੈ ਲਓਗੇ ਕੰਮ ਵੀ ਕਰੀ ਜਾਓਗੇ ਬਟ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੀ ਫੈਮਿਲੀ ਦੇ ਨਾਲ ਪੋਸੀਬਲ ਹੈਗੀ ਹੈ ਜਾਂ ਨਹੀਂ ਹੈਗੀ ਤੁਹਾਡੀ ਏਜ
ਕਿੰਨੀ ਹੈਗੀ ਹੈ, ਤੁਹਾਡੀ ਐਜੂਕੇਸ਼ਨ ਕਿੰਨੀ ਹੈ, ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈਗਾ, ਤੁਹਾਡੀ ਲੈਂਗੁਏਜ ਸਕਿੱਲਸ ਕਿਸ ਤਰ੍ਹਾਂ ਦੀਆਂ ਹੈਗੀਆਂ। ਇਸੇ ਤਰ੍ਹਾਂ ਜਿਹੜੇ BC ਦੇ ਵਿੱਚ ਬੈਠੇ ਹੋਏ ਨੇ ਦੋਸਤ, ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਭਾਈ ਜੇ ਉੱਥੇ ਨਹੀਂ ਹੋ ਰਹੀ, ਲੁੱਕ ਫॉर ਅ ਪ੍ਰੋਵਿੰਸ ਜਿੱਥੇ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਪੋਸੀਬਲ ਹੋ ਰਹੀ ਹੈ, ਬਿਕੋਜ਼ ਤੁਸੀਂ ਟੈਂਪਰੇਰੀ ਗੇਨ ਵਾਸਤੇ ਨਹੀਂ ਆਏ, ਤੁਹਾਡੀ ਏਜ ਵੀ ਵੱਧ ਰਹੀ ਹੈਗੀ ਹੈ, ਤੁਹਾਡੇ ਬੱਚੇ ਵੀ ਵੱਡੇ ਹੋ ਰਹੇ ਨੇ, ਸੋ ਤੁਸੀਂ ਸਾਰੀਆਂ ਆਪਸ਼ਨਸ ਦੇਖਣੀਆਂ। ਬਿਲਕੁਲ, ਗੱਲ ਕਰਾਂਗੇ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? मैं फैमिली ਤੋਂ बोल रही हाँ। हाँ जी। मैं ये पूछना चाहती हाँ जी कि मैं ना 3 बार लॉटरी च ना पाया सी, 3 बार नहीं आया ते हुण फिर चौथी बार पाया, हुण कोई डरा आऊगा या नहीं जी? ਤੁਸੀਂ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਪੇਰੈਂਟਸ ਦਾ ਸਾਰਿਆਂ ਦਾ ਕੰਸਰਨ ਇਹੀ ਹੈ ਕਿ ਲੋਟਰੀ 'ਚ ਨਾਮ ਨਹੀਂ ਆ ਰਿਹਾ। ਤਰਨ 2020 ਦੇ ਵਿੱਚ ਜਿਹੜੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਲਿੱਤੇ ਗਏ ਸੀਗੇ, 21-22 ਦੇ ਵਿੱਚ ਉਹਨਾਂ ਦੇ ਉੱਤੇ ਹੀ ਕੰਮ ਹੋਇਆ, 20-21-22 ਦੇ ਵਿੱਚ। ਸੋ ਐਬਸੋਲੂਟਲੀ ਸ਼ੀ ਇਜ਼ ਰਾਈਟ ਕਿ ਨਵੀਆਂ ਐਪਲੀਕੇਸ਼ਨਸ ਦੇ ਵਿੱਚ ਨਾਮ ਪੈ ਨਹੀਂ ਸਕਿਆ। ਸੋ 23 ਦੇ ਵਿੱਚ ਐਕਸਪੈਕਟਡ ਹੈਗਾ ਕਿ ਨਵੀਆਂ ਐਪਲੀਕੈਂਟਸ ਨਵੇਂ ਐਕਸਪ੍ਰੈਸ਼ਨ ਆਫ ਇੰਟਰਸਟ ਲਿੱਤੇ ਜਾਣਗੇ। ਵੀ ਹੈਵ ਟੂ ਵੇਟ ਟਿਲ ਵੀ ਹੀਅਰ ਫਰਮ, ਐਂਡ ਜਿਹੜਾ ਇਹਦੇ ਉੱਤੇ ਅਪਡੇਟਸ ਆਉਣਗੀਆਂ ਜੀ, ਉਹ ਪ੍ਰੋਬਬਲੀ ਸੈਪਟੈਂਬਰ-ਅਕਤੂਬਰ ਦੇ ਵਿੱਚ ਆਉਣਗੀਆਂ ਜੀ। ਜੀ, ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ। Yes, sir. Yes, I'm calling from Manitoba. Yes, ma'am. What's your question? My question is this: I want to bring my cousin sister here. I applied for her twice, like this, they refused it. Actually, खन्ने ਦੇ ਵਿੱਚ ਉਹਨਾਂ ਦਾ ਆਪਣਾ ਹੋਟਲ ਹੈਗਾ, like sweets ਵਗੈਰਾ ਬਣਦੀ ਹੈ. Like, I need help for this to bring her here somehow. Visitor, PR, work permit, anyhow. ਠੀਕ ਹੈ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ। ਭੈਣ ਜੀ, ਪਹਿਲੀ ਗੱਲ ਤਾਂ ਜੇ ਵਿਜ਼ਟਰ ਰਿਫਿਊਜ਼ ਹੋਇਆ, ਕਿਸੇ ਕੰਸਲਟੈਂਟ ਕੋਲ ਬੈਠ ਕੇ ਉਹਨਾਂ ਦੇ ਨੋਟਸ, ਉਹਨਾਂ ਦਾ ਰਿਫਿਊਜ਼ਲ ਲੈਟਰ, ਇਹਨਾਂ ਦੀ ਕੰਪਲੀਟ ਐਪਲੀਕੇਸ਼ਨ ਦੀ ਕਾਪੀ ਬੈਠ ਕੇ ਡਿਸਕਸ ਕਰੋ। ਐਂਡ ਦੂਸਰਾ, ਤੁਸੀਂ ਕਿਹਾ ਕਿ ਉਹਨਾਂ ਦਾ ਤਾਲੁਕ ਹਸਪਿਟੈਲਿਟੀ ਇੰਡਸਟਰੀ ਤੋਂ ਹੈਗਾ, ਹੋਟਲ ਤੋਂ ਹੈਗਾ ਆ, ਤੇ ਐਬਸੋਲੂਟਲੀ ਜੇ ICICI ਸਾਡੇ ਨਾਲ ਵੀ ਓਪੀਨੀਅਨ ਲੈਣਾ ਹੈਗਾ, ਉਹਨਾਂ ਦੀ ਡਿਟੇਲਸ ਮੰਗਾ ਕੇ ਸਾਡੇ ਨਾਲ ਸ਼ੇਅਰ ਕਰੋ। ਵੀ ਵਿਲ ਗੋ ਥਰੂ ਇਟ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਐਗਜ਼ਿਸਟ ਕਰ ਰਹੀਆਂ। ਵਰਕ ਪਰਮਿਟ ਦੀਆਂ ਵੀ ਆਪਸ਼ਨ ਐਗਜ਼ਿਸਟ ਕਰ ਰਹੀਆਂ, PNP ਪ੍ਰੋਗਰਾਮਸ ਦੀਆਂ ਵੀ ਆਪਸ਼ਨ ਐਗਜ਼ਿਸਟ ਕਰ ਰਹੀਆਂ। ਓਨਲੀ ਥਿੰਗ ਇਜ਼ ਕਿ ਉਹ ਦੇਖ ਕੇ ਡਿਸਕਸ ਕੀਤਾ ਜਾ ਸਕਦਾ, ਉਹਨਾਂ ਦੀ ਏਜ, ਐਜੂਕੇਸ਼ਨ ਤੇ ਐਕਸਪੀਰੀਅੰਸ ਤੁਸੀਂ ਕੀ ਮੈਂਸ਼ਨ ਕੀਤਾ ਆ, ਤੇ ਉਹਨਾਂ ਦੇ ਫਾਈਨੈਂਸ਼ੀਅਲ ਰਿਸੋਰਸਿਸ ਐਂਡ ਲੈਂਗੁਏਜ ਸਕਿੱਲਸ ਨੂੰ ਦੇਖ ਕੇ ਅਸੀਂ, ਕਿਉਂਕਿ ਬਿਜ਼ਨਸ ਓਪਰਚੁਨਿਟੀਜ਼ ਵੀ ਐਗਜ਼ਿਸਟ ਕਰਦੀਆਂ ਪਈਆਂ। ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਬਿਜ਼ਨਸਮੈਨ ਵਾਸਤੇ ਵੀ ਕੈਨੇਡਾ ਇਜ਼ ਲੁਕਿੰਗ, ਬਿਕੋਜ਼ ਸਾਰੇ ਹਾਲਾਤ ਦੇ ਵਿੱਚ ਤੁਸੀਂ ਦੇਖਿਆ ਕਿ ਸਾਨੂੰ ਜੌਬ ਕ੍ਰੀਏਸ਼ਨ ਦੇ ਉੱਤੇ ਐਂਡ ਜੌਬਸ ਨੂੰ ਲੇਬਰ ਫੋਰਸਿਸ ਸਪਲਾਈ ਕਰਨ ਦੇ ਉੱਤੇ ਇਸ ਟਾਈਮ ਫੋਕਸ ਬਣਿਆ ਹੋਇਆ। ਦੈਟ ਇਜ਼ ਅ ਰੀਜ਼ਨ ਸਾਰੇ ਮੇਜਰਸ ਲਿੱਤੇ ਜਾ ਰਹੇ ਨੇ। ਐਂਡ ਜੇ ਆਪਣੀ ਕਜ਼ਨਸ ਦੇ ਬਾਰੇ ਸਾਡੇ ਨਾਲ ਇਮੀਗ੍ਰੇਸ਼ਨ ਦੀ ਡਿਟੇਲਸ ਲੈਣਾ ਚਾਹੁੰਦੇ ਹੋ ਤਾਂ info@iccimmigration.ca ਤੇ ਸਾਨੂੰ ਸੰਪਰਕ ਕਰ ਸਕਦੇ ਹੋ। ਸੈਂਡ ਅਸ ਦ ਡਿਟੇਲਸ ਐਂਡ ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਹੈਲਪ ਯੂ ਆਊਟ, ਬਿਕੋਜ਼ ICC ਕੋਲ ਅੱਜ ਵੀ ਕਈ ਓਪਨਿੰਗਸ ਮੌਜੂਦ ਹੈਗੀਆਂ ਹਸਪਿਟੈਲਿਟੀ ਦੀਆਂ। ਤਰਨ ਜੀ, ਰੈਸਟੋਰੈਂਟ ਦੀਆਂ ਕੁਕਸ ਦੀਆਂ ਓਪਨਿੰਗ ਸਾਡੇ ਕੋਲ ਹੈਗੀਆਂ, ਰੈਸਟੋਰੈਂਟ ਮੈਨੇਜਰਸ ਦੀਆਂ ਓਪਨਿੰਗ ਹੈਗੀਆਂ ਸਾਡੇ ਕੋਲ, ਰੈਸਟੋਰੈਂਟ ਕੈਸ਼ੀਅਰਸ ਦੀਆਂ ਓਪਨਿੰਗਸ ਹੈਗੀਆਂ, ਫੂਡ ਕਾਊਂਟਰ ਅਟੈਂਡੈਂਟਸ ਦੀਆਂ ਓਪਨਿੰਗਸ ਹੈਗੀਆਂ, ਅਸਿਸਟੈਂਟ ਕੁਕ, ਲਾਈਨ ਕੁਕਸ ਦੀਆਂ ਓਪਨਿੰਗਸ ਹੈਗੀਆਂ। ਉਸ ਤੋਂ ਬਾਅਦ ਹਸਪਿਟੈਲਿਟੀ ਦੇ ਵਿੱਚ ਹੋਟਲਸ ਦੇ ਵਿੱਚ ਆ ਜਾਈਏ ਤਾਂ ਸਾਡੇ ਕੋਲ ਫਰੰਟ ਡੈਸਕ ਕਲਰਕਸ ਦੀਆਂ ਓਪਨਿੰਗਸ ਹੈਗੀਆਂ, ਕਿਚਨ ਹੈਲਪਰਸ ਦੀਆਂ ਓਪਨਿੰਗਸ ਹੈਗੀਆਂ। ਉਸ ਤੋਂ ਬਾਅਦ ਸਾਡੇ ਕੋਲ ਫਰੰਟ ਡੈਸਕ ਮੈਨੇਜਰਸ ਦੀਆਂ, ਸੁਪਰਵਾਈਜ਼ਰਸ ਦੀਆਂ ਓਪਨਿੰਗਸ ਮੌਜੂਦ ਦੀਆਂ। ਸੋ ਅੱਜ ਦੀ ਤਰੀਕ ਦੇ ਵਿੱਚ ਭੈਣ ਜੀ, ਹਸਪਿਟੈਲਿਟੀ ਇੱਕ ਇਹੋ ਜਿਹਾ ਫੀਲਡ ਹੈਗਾ ਜਿਹਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀ, 9,60,000 ਦੇ ਵਿੱਚੋਂ ਮੈਕਸਿਮਮ ਓਪਰਚੁਨਿਟੀਜ਼ ਤਕਰੀਬਨ 1.5 ਲੱਖ ਦੇ ਆਸ-ਪਾਸ ਹਸਪਿਟੈਲਿਟੀ ਤੋਂ ਹੈਗੀਆਂ। ਉਸ ਤੋਂ ਬਾਅਦ ਕੰਸਟਰਕਸ਼ਨ ਲੇਬਰਸ ਦੇ ਵਿੱਚ ਬਹੁਤ ਵੱਡੀਆਂ ਇਸ ਟਾਈਮ ਸਕੋਪਸ ਹੈਗੀਆਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ। ਉਸ ਤੋਂ ਬਾਅਦ ਫਾਰਮ ਵਰਕਰਸ ਦੇ ਉੱਤੇ, ਫੂਡ ਪ੍ਰੋਸੈਸਿੰਗ ਦੇ ਉੱਤੇ। ਸੋ ਆ ਬਹੁਤ ਸਾਰੀਆਂ ਇੰਡਸਟਰੀ ਅੱਜ ਦੀ ਤਰੀਕ ਦੇ, ਹੈਲਥ ਕੇਅਰ ਇੰਡਸਟਰੀ, ਇਹ ਸਾਰੀਆਂ ਇੰਡਸਟਰੀ ਦੇ ਆਰ ਇਨ ਅ ਬੈਡ ਸ਼ੇਪ ਬਿਕੋਜ਼ ਆਫ ਸ਼ਾਰਟੇਜ ਆਫ ਲੇਬਰ। ਸੋ ਅੱਜ ਦੀ ਤਰੀਕ ਦੇ ਵਿੱਚ ਬਿਜ਼ਨਸਮੈਨ ਵਾਸਤੇ ਵੀ ਓਪਰਚੁਨਿਟੀ ਹੈ, ਬਿਕੋਜ਼ ਬਿਜ਼ਨਸਮੈਨ ਜਦੋਂ ਵੀ ਆਏਗਾ ਉਹ ਆ ਕੇ ਇੱਥੇ ਐਕਸਪੈਂਸ਼ਨ ਆਫ ਆਪਣਾ ਬਿਜ਼ਨਸ ਕਰੇਗਾ, ਨਾਲ 2 ਜੌਬ 3 ਜੌਬ ਕ੍ਰੀਏਟ ਹੀ ਕਰੇਗਾ। ਸੋ ਉਹਨਾਂ ਵਾਸਤੇ ਵੀ ਇੱਕ ਗਵਰਨਮੈਂਟ ਚਾਹੁੰਦੀ ਹੈ ਕਿ ਉਹ ਹਰ ਪ੍ਰੋਵਿੰਸ ਚਾਹੁੰਦਾ ਕਿ ਉਸ ਪ੍ਰੋਵਿੰਸ ਦੇ ਵਿੱਚ ਆ ਕੇ ਉਹ ਸਾਰਾ ਸੈਟਲਮੈਂਟ ਕਰਨ। ਇਹਨਾਂ ਨੇ ਜਿਵੇਂ ਟੀਅਰ ਸਿਸਟਮ ਦੇ ਵਿੱਚ ਵੀ ਚੇਂਜਸ ਕੀਤੇ ਆ, ਟਰੱਕ ਡਰਾਈਵਰਸ ਨੂੰ ਵੀ ਹੁਣ ਅੱਗੇ ਓਪਰਚੁਨਿਟੀ ਮਿਲ ਰਹੀ ਆ। ਸੋ ਕੈਨੇਡਾ ਵਿੱਚ ਟਰੱਕ ਡਰਾਈਵਰਸ ਹੋ ਗਏ, ਫਾਰਮ ਵਰਕਰਸ ਹੋ ਗਏ, ਇਹਨਾਂ ਦੇ ਕੀ ਓਪਰਚੁਨਿਟੀਜ਼ ਹੈਗੀਆਂ ਕਿ PR ਤੱਕ ਦਾ ਕਿਵੇਂ ਸਿਸਟਮ ਹੋ ਸਕਦਾ ਆ? ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ PNP ਪ੍ਰੋਗਰਾਮਸ ਐਗਜ਼ਿਸਟ ਕਰਦੇ ਪਏ ਨੇ। PNP ਪ੍ਰੋਗਰਾਮਸ ਦੇ ਵਿੱਚ ਆਰਾਮ ਨਾਲ ਸਾਡੇ ਦੋਸਤ
ਗ੍ਰੇਡ 12 ਦੇ ਨਾਲ ਪੀਆਰ ਲੈ ਸਕਦੇ ਨੇ, 4 ਬੈਂਡ ਦੇ ਨਾਲ ਪੀਆਰ ਲੈ ਸਕਦੇ ਨੇ। ਇਸ ਤੋਂ ਜ਼ਿਆਦਾ ਲੈਂਗੁਏਜ ਸਕਿੱਲਸ ਕੀ ਅਸੀਂ ਕਵਾਂਗੇ ਤਰਨ ਜੀ। ਜੇ ਅਸੀਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਜਿਹੜਾ ਐਪਲੀਕੈਂਟ 30 ਕ੍ਰਾਸ ਕਰ ਗਿਆ ਉਹਦੀ ਬਿਨਾਂ ਜੌਬ ਆਫਰ ਦੇ ਐਪਲੀਕੇਸ਼ਨ ਥਰੂ ਹੀ ਨਹੀਂ ਹੋਣੀ ਹੈ। ਸੋ ਉਹਨਾਂ ਨੂੰ 8777 ਵੀ ਚਾਹੀਦੇ ਆ, ਮਾਸਟਰਸ ਵੀ ਚਾਹੀਦੀ ਹੈ। ਜੇ ਬੈਚਲਰਸ ਹੈਗੀ ਤੇ ਉਹ ਐਪਲੀਕੇਸ਼ਨ ਦੇ ਕੁਆਲੀਫਾਈ ਨਹੀਂ ਕਰਨਗੇ। ਹਾਂ, ਜੇ ਆਕੂਪੇਸ਼ਨ ਸਪੈਸੀਫਿਕ ਡਰਾ ਸ਼ੁਰੂ ਹੋ ਜਾਂਦੇ ਨੇ, ਐਬਸੋਲੂਟਲੀ ਦੇ ਵਿਲ ਕੁਆਲੀਫਾਈ, ਬਿਕੋਜ਼ ਜੇ ਉਹਨਾਂ ਦਾ ਆਕੂਪੇਸ਼ਨ ਆ ਜਾਂਦਾ ਹੈਗਾ। ਸੋ ਅੱਜ ਦੀ ਤਰੀਕ ਦੇ ਵਿੱਚ ਖਾਸ ਕਰ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਹੋਏ ਨੇ, ਮੈਂ ਉਹਨਾਂ ਨੂੰ ਕਹੂੰਗਾ ਕਿ ਭਾਈ ਮੂਵ ਆਊਟ ਆਫ ਓਨਟਾਰੀਓ, ਮੂਵ ਆਊਟ ਆਫ ਯੋਰ ਕੰਫਰਟ ਜ਼ੋਨ। ਉਸ ਪ੍ਰੋਵਿੰਸ ਦੇ ਵਿੱਚ ਜਾਓ ਜਿੱਥੇ ਸ਼ਾਰਟੇਜ ਆਫ ਲੇਬਰ ਹੈਗੀ, ਤਾਂ ਕਿ ਇੰਪਲੋਇਰ ਵੀ ਤੁਹਾਨੂੰ ਹੈਲਪ ਕਰੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਐਂਡ ਬਹੁਤ ਸਾਰੇ ਬੱਚੇ ਮੈਨੂੰ ਪੁੱਛਦੇ ਨੇ ਜੀ, ਨੋਵਾ ਸਕੋਸ਼ੀਆ ਪ੍ਰੋਗਰਾਮ ਚੇਂਜ ਹੋ ਗਿਆ, ਨਿਊ ਬ੍ਰੰਸਵਿਕ ਨੇ ਫਰੰਟ ਡੈਸਕ ਫੂਡ ਕਾਊਂਟਰ ਅਟੈਂਡੈਂਟਸ ਨੂੰ, ਸੁਪਰਵਾਈਜ਼ਰਸ ਨੂੰ ਨਹੀਂ ਐਪਲੀਕੇਸ਼ਨ ਨਹੀਂ ਲੈ ਰਹੇ। ਇੱਕ ਪ੍ਰੋਗਰਾਮ ਬੰਦ ਹੋਇਆ, ਦੇਰ ਆਰ 10 more programs that exist in those provinces, ਉਹਨਾਂ ਦਾ ਫਾਇਦਾ ਲਓ। ਸੋ ਇਹ ਆਕੂਪੇਸ਼ਨ ਨਹੀਂ ਹੈਗਾ, ਆਪਣੇ EMPLOYER ਨੂੰ ਕਹੋ ਕਿ ਮੈਂ ਦੂਸਰੇ ਆਕੂਪੇਸ਼ਨ ਦੇ ਵਿੱਚ ਕੰਮ ਕਰਨਾ ਚਾਹੁੰਦਾ, ਕੈਨ ਯੂ ਹੈਲਪ ਮੀ ਵਿਦ ਦੈਟ, ਮੈਂ ਪਰਮਨੈਂਟ ਰੈਜ਼ੀਡੈਂਸੀ ਲੈਣੀ ਹੈ, ਤੇ ਵਾਈ ਵਿਲ ਨਾਟ ਹੈਲਪ ਯੂ ਆਊਟ। ਸੋ ਤੁਹਾਨੂੰ ਦੋ ਐਂਡੇਵਰਸ ਤੁਹਾਡੇ ਵੱਲੋਂ ਹੋਣੇ ਚਾਹੀਦੇ ਨੇ। EMPLOYER ਕੋਈ ਵੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਤੁਹਾਨੂੰ ਹੈਲਪ ਨਾ ਕਰੇ ਤੁਹਾਡੀ ਐਂਡੇਵਰ ਟੁਵਰਡਸ ਪਰਮਨੈਂਟ ਰੈਜ਼ੀਡੈਂਸੀ। ਐਂਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸਾਨੂੰ ਸੁਣ ਰਹੇ ਨੇ, ਵੇਅਰ ਐਵਰ ਯੂ ਆਰ ਬੇਸਡ ਇਨ ਕੈਨੇਡਾ, ਤੁਸੀਂ ਨੋਵਾ ਸਕੋਸ਼ੀਆ 'ਚ ਹੈਗੇ ਹੋ, ਨਿਊ ਬ੍ਰੰਸਵਿਕ 'ਚ ਹੈਗੇ ਹੋ, ਫਾਊਂਡਲੈਂਡ ਦੇ ਵਿੱਚ ਹੈਗੇ ਹੋ, ਪ੍ਰਿੰਸ ਐਡਵਰਡ ਦੇ ਵਿੱਚ ਹੈਗੇ ਹੋ, ਮੈਨੀਟੋਬਾ, ਓਨਟਾਰੀਓ ਦੇ ਕਿਸੇ ਰਿਮੋਟ ਏਰੀਆ ਦੇ ਵਿੱਚ ਬੈਠੇ ਹੋ, BC ਦੇ ਕਿਸੇ ਰਿਮੋਟ ਏਰੀਆ ਦੇ ਵਿੱਚ ਬੈਠੇ ਹੋ, ਐਲਬਰਟਾ ਦੇ ਕਿਸੇ ਰਿਮੋਟ ਏਰੀਆ ਦੇ ਵਿੱਚ ਬੈਠੇ ਹੋ, ਜਾਂ ਯੂਕੌਨ ਦੇ ਵਿੱਚ ਬੈਠੇ ਹੋ, ਤੇ there are lot of programs that exist there। PNP program explore ਕਰੋ, employers ਨੂੰ request ਕਰੋ and take advantage of these programs। ਉਹਦੇ programs ਵਾਸਤੇ help ਚਾਹੀਦੀ ਤੇ ICC ਤੇ ਸਾਨੂੰ contact ਕਰੋ and we will love to help you out। ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਕਲਾਸ ਦੀ ਹਮੇਸ਼ਾ ਗੱਲ ਕੀਤੀ ਆ, ਪਰ ਇੱਕ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪ੍ਰੋਗਰਾਮ ਆ, ਇਹਦੇ ਬਾਰੇ ਵੀ ਜਾਣਕਾਰੀ ਦਿਓ ਕਿ ਇਹ ਪ੍ਰੋਗਰਾਮ ਆ ਤੇ ਕਿਵੇਂ ਐਪਲੀਕੇਸ਼ਨਸ ਇਨਵਾਈਟ ਕਰਦੇ। ਕਰਨ ਜੀ, IEC ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਉਹ ਕੈਟੇਗਰੀ ਹੋਗੀ ਜਿਹੜੀ ਵੀਜ਼ਾ ਐਗਜ਼ੈਂਪਟ ਕੈਟੇਗਰੀਜ਼ ਹੈਗੀਆਂ, ਜਿਹੜੇ ਵੀਜ਼ਾ ਐਗਜ਼ੈਂਪਟ ਕੰਟਰੀਜ਼ ਹੈਗੀਆਂ। ਜਿਸ ਤਰ੍ਹਾਂ ਯੂਰੋਪੀਅਨ ਸਾਰੇ ਦੇ ਆਰ ਆਲ ਇੰਟਾਈਟਲਡ ਟੂ ਕਮ ਟੂ ਵਿਜ਼ਿਟ। ਸਿਰਫ ਉਹਨਾਂ ਨੂੰ ਵੀਜ਼ਾ ਅਪਲਾਈ ਨਹੀਂ ਕਰਨਾ, ITA ਅਪਲਾਈ ਕਰਨਾ ਹੈ। ਆਥੋਰਾਈਜ਼ੇਸ਼ਨ, ਇਲੈਕਟ੍ਰੋਨਿਕ ਆਥੋਰਾਈਜ਼ੇਸ਼ਨ ਚਾਹੀਦੀ ਉਹਨਾਂ ਨੂੰ ਟੂ ਟਰੈਵਲ ਟੂ ਕੈਨੇਡਾ। ਸੋ ਉਹ ਆਥੋਰਾਈਜ਼ੇਸ਼ਨ ਲੈ ਕੇ ਉਹ ਕੈਨੇਡਾ ਆ ਸਕਦੇ ਨੇ। ਸੋ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਸਿਟੀਜ਼ਨਸ, ਯੂਰੋਪੀਅਨ ਸਿਟੀਜ਼ਨਸ, ਦੇ ਕੈਨ ਕਮ ਟੂ ਕੈਨੇਡਾ ਔਨ ਦਿਸ ਵੀਜ਼ਾ। ਇੱਥੇ ਆ ਕੇ ਉਹ ਓਪਨ ਵਰਕ ਪਰਮਿਟ ਤੇ ਆ ਕੇ ਐਕਸਪਲੋਰ ਕਰਦੇ ਨੇ, ਸੈਟਲ ਡਾਊਨ ਹੁੰਦੇ ਨੇ, ਜੌਬ ਕਰਦੇ ਨੇ, ਐਂਡ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਆਪਸ਼ਨਸ ਵੀ ਐਗਜ਼ਿਸਟ ਕਰਦੀਆਂ। ਸੋ 35 ਸਾਲ ਤੋਂ ਘੱਟ ਜੇ ਤੁਹਾਡੀ ਏਜ ਹੈਗੀ ਹੈ, ਤੁਸੀਂ ਨਾਰਮਲੀ ਇਹਨਾਂ ਪ੍ਰੋਗਰਾਮਸ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਇਸ ਸਾਲ ਦਾ ਕੋਟਾ 90,000 ਐਪਲੀਕੈਂਟਸ ਦਾ ਹੈਗਾ ਆ, ਐਂਡ ਜਨਵਰੀ ਦੇ ਵਿੱਚ ਜਦੋਂ ਖੁੱਲਿਆ ਹੈਗਾ ਤੇ ਬਹੁਤ ਅਮੇਜ਼ਿੰਗ ਵੀਜ਼ਾਸ ਪਹਿਲੇ ਹਫਤੇ ਦੇ ਵਿੱਚ ਹੀ ਗ੍ਰਾਂਟ ਕੀਤੇ ਗਏ ਨੇ। ਕੀ ਬਾਤ ਹੈ। ਤੇ ਕੌਣ ਇਹਨਾਂ ਲਈ ਐਲੀਜੀਬਲ ਹੋ ਸਕਦਾ ਹੈ ਤੇ ਕਿੰਨਾ ਕੁ ਐਕਸਪੀਰੀਅੰਸ ਵਗੈਰਾ ਮੈਟਰ ਕਰਦਾ? ਤਰਨ ਜੀ, ਉਹਨਾਂ ਦੇ ਕੋਲ $2,000 ਹੋਣਾ ਚਾਹੀਦਾ ਅਕਾਊਂਟ ਦੇ ਵਿੱਚ, ਗ੍ਰੇਡ 12 ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ, ਤੇ ਏਜ 20 ਤੋਂ ਲੈ ਕੇ 35 ਦੇ ਵਿੱਚ ਹੋਣੀ ਚਾਹੀਦੀ ਹੈ। ਆ 4-5 ਰਿਕੁਆਇਰਮੈਂਟਸ ਹੈਗੀਆਂ। ਕੀ ਬਾਤ ਹੈ। ਤੇ ਸਰ, ਜੇਕਰ ਕੋਈ ਤੁਹਾਡੇ ਤੋਂ ਕੁਝ ਸਲਾਹ ਲੈਣਾ ਚਾਹੁੰਦਾ ਜਾਂ ਤੁਹਾਡੇ ਤੋਂ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦਾ, ਤੁਹਾਨੂੰ ਕਦੋਂ ਕਿਵੇਂ ਕਿੱਥੇ ਕੰਟੈਕਟ? ਬਿਲਕੁਲ ਤਰਨ ਜੀ, ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ। ਸਾਡਾ ਐਡਰੈਸ ਹੈਗਾ 1137 ਡੇਰੀ ਰੋਡ ਈਸਟ। ਈਮੇਲ ਆਈਡੀ ਹੈਗਾ info@iccimmigration.ca। ICC immigration one word ਹੈਗਾ, ਕੋਈ ਡਾਟ ਨਹੀਂ, ਕੋਈ ਕੁਝ ਨਹੀਂ। ਸੋ info@iccimmigration.ca ਸਾਡਾ ਈਮੇਲ ਆਈਡੀ ਹੈਗਾ। ਫੋਨ ਨੰਬਰ ਹੈਗਾ ਜੀ 905-461-2424 905-461-2424। WhatsApp ਨੰਬਰ ਹੈਗਾ 647-850-9000। ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ, ਬਟ ਗੈਟ ਇਨ ਟੱਚ ਵਿਦ ਦੋਜ਼ ਕੰਸਲਟੈਂਟ ਜੋ ਐਕਚੁਅਲੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕਾਲਜ ਦੇ ਮੈਂਬਰਸ ਹੈਗੇ ਨੇ ਜਾਂ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ। ICC ਬਾਰੇ ਦੱਸ ਦੇਵਾਂ ਕਿ ਸਾਡੇ ਆਫਿਸ ਦੇ ਵਿੱਚ 6 ਕੰਸਲਟੈਂਟਸ ਹੈਗੇ ਨੇ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਹੁੰਦੀ ਉਹ ਵੀ ਤੁਹਾਨੂੰ ਕਹਿੰਦੇ ਕਿ ਟਾਈਮ ਤੇ ਪੈਸਾ ਖਰਾਬ ਨਾ ਕਰੋ। ਸੋ ਵਿਜ਼ਿਟ ਵੀਜ਼ਾਸ ਵਾਲਿਆਂ ਵਾਸਤੇ ਦਿਸ ਇਜ਼ ਅ ਗੋਲਡਨ ਟਾਈਮ। ਗ੍ਰੈਬ ਦਿਸ ਓਪਰਚੁਨਿਟੀ ਬਿਫੋਰ 28th of February। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ। ਥੈਂਕ ਯੂ ਤਰਨ ਜੀ, ਇਟਸ ਆਲਵੇਜ਼ ਅ ਪਲੇਜ਼ਰ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਆਪਣੀ ਕੋਈ ਵੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ੍ਰੀ ਅਕਾਲ।